ਕਿਸੇ ਪੰਜਾਬੀ ਨੂੰ ਕੈਨੇਡਾ ਦੀ ਪੀਆਰ ਮਿਲੇ ਤੇ ਉਹ ਲੱਤ ਮਾਰ ਕੇ ਵਾਪਸ ਮੁੜ ਆਵੇ, ਗੱਲ ਹੈਰਾਨ ਕਰਨ ਵਾਲੀ ਹੈ। ਟਰਾਈ ਬਹੁਤ ਮਾਰੀ ਸੀ 2004 ਤੋਂ ਲੈ ਕੇ 2012 ਜਾ ਕੇ ਕਾਮਯਾਬ ਹੋਇਆ। ਅੱਜ ਐਸੇ ਹੀ ਇੱਕ ਨੌਜਵਾਨ ਦੀ ਕਹਾਣੀ ਦਿਖਾਉਣੇ ਆ। ਕੈਨੇਡਾ ਗਿਆ, ਪੀਆਰ ਮਿਲ ਗਈ, ਫਿਰ ਸਭ ਛੱਡ ਕੇ ਪੀਆਰ ਸਰੈਂਡਰ ਕੀਤੀ ਤੇ ਵਾਪਸ ਪੰਜਾਬ ਮੁੜ ਆਇਆ। ਫਿਰ ਉੱਥੇ ਜਾ ਕੇ ਲੱਗਿਆ ਵੀ ਨਹੀਂ, ਵਾਪਸ ਚੱਲੀਏ, ਉੱਥੇ ਜ਼ਿਆਦਾ ਵਧੀਆ। ਅੱਜ ਚੋਟੀ ਦਾ ਬਿਜ਼ਨਸਮੈਨ ਹੈ। ਇਸ ਗੁਰਸਿੱਖ ਮੁੰਡੇ ਦੀ ਹਰ ਪਾਸੇ ਚਰਚਾ ਹੁੰਦੀ ਹੈ। ਤੇ ਪਰਮਾਤਮਾ ਜਦੋਂ ਸੋਚਦਾ ਉਹ ਜ਼ਿਆਦਾ ਵਧੀਆ ਸੋਚਦਾ ਤੁਹਾਡੇ ਨਾਲ, ਤੇ ਉਹਦਾ ਸੱਚੀ ਅੱਜ ਜ਼ਿਆਦਾ ਵਧੀਆ ਹੀ ਸਾਬਤ ਹੋ ਰਿਹਾ। ਔਨ ਏਅਰ ਤੇ ਅੱਜ ਤੁਹਾਨੂੰ ਮਿਲਾਉਂਦੇ ਆ ਗੁਰਮਿਲਾਪ ਸਿੰਘ ਡੱਲਾ ਦੇ ਨਾਲ। ਸਾਬਤ ਸੂਰਤ ਸਾਦਾ ਜਿਹਾ ਇਹ ਨੌਜਵਾਨ ਜਿੱਥੇ ਆਪਣੇ ਵਪਾਰ ਨੂੰ ਲੈ ਕੇ ਸੁਹਿਰਦ ਹੈ, ਉੱਥੇ ਹੀ ਨੌਜਵਾਨਾਂ ਦੇ ਫਿਊਚਰ ਬਣਾਉਣ ਵਾਸਤੇ ਵਚਨਬੱਧ ਰਹਿੰਦਾ ਹੈ। ਬਾਕੀ ਵਿਚਾਰ ਤੁਸੀਂ ਆਪ ਸੁਣੋ। ਕੈਨੇਡਾ ਤੋਂ ਵਾਪਸੀ ਦੀ ਫਲਾਈਟ ਫੜਨ ਲੱਗੇ, ਤੁਰਨ ਲੱਗੇ, ਸੋਚਿਆ ਨਹੀਂ ਸੀ ਵੀ ਹੱਥ ਕਿਸ ਚੀਜ਼ ਨੂੰ ਪਾਉਣ ਲੱਗਿਆ। ਮੇਰਾ ਕੰਮ ਸੀ ਬੱਚਿਆਂ ਨੂੰ ਪੜ੍ਹਾਉਣਾ। ਫਿਰ ਮੈਂ ਜਦੋਂ ਚੁਣਿਆ ਇਹ ਫੀਲਡ ਚੁਣਿਆ, ਮੈਂ ਉਦੋਂ ਵੀ ਇਹਦਾ ਫੋਕਸ ਇਹੀ ਰੱਖਿਆ ਵੀ ਬੱਚਿਆਂ ਨੂੰ ਪੜ੍ਹਾਉਣਾ। ਇੱਥੇ ਵੀ ਪੜ੍ਹਾਉਣਾ, ਕੈਨੇਡਾ ਵੀ ਪੜ੍ਹਾਉਣਾ। ਹੁਣ ਕੁਝ ਇਨਸਾਨ ਮਾੜੇ ਆ, ਕੁਝ ਚੰਗੇ ਆ। ਚੰਗੇ ਵੀ ਬਹੁਤ ਨੇ, ਮੋਗੇ 'ਚ ਹੀ ਬਹੁਤ ਚੰਗੇ ਨੇ ਜਿਨ੍ਹਾਂ ਤੋਂ ਤੁਸੀਂ ਸਿੱਖਿਆ, ਜਿਨ੍ਹਾਂ ਨੂੰ ਸਿੱਖ ਕੇ ਇੱਥੇ ਤੱਕ ਪਹੁੰਚੇ ਆ ਜਿਨ੍ਹਾਂ ਤੋਂ। ਏਜੰਟਾਂ ਨੇ ਆਪਦੇ ਕਾਲਜ ਲੈ ਕੇ ਉਧਰ 2-2 ਕਮਰਿਆਂ ਵਾਲੇ ਤੇ ਬਾਅਦ 'ਚ ਬਹੁਤ ਕੁਝ ਕੀਤਾ, ਕੋਈ ਕਾਗਜ਼ਾਂ 'ਚ ਹੇਰਾਫੇਰੀ ਕਰ ਗਏ। ਉਸ ਗੱਲ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਜਦੋਂ ਅਸੀਂ ਅਟਰੈਕਟਿਵ ਐਡਵਰਟਾਈਜ਼ਮੈਂਟਸ ਦੇ ਪਿੱਛੇ ਭੱਜ ਲਏ ਸੀ ਨਾ, ਪੈਸੇ ਬਾਅਦ ਚੋਂ, ਪੈਸੇ ਪਹਿਲਾਂ, ਪੈਸੇ ਮਗਰੋਂ, ਲੈਪਟਾਪ ਲੈ ਲਓ, ਇਹ ਟਿਕਟ ਲੈ ਲਓ, ਆਫਰ ਲੈਟਰ ਫ੍ਰੀ। ਜਦੋਂ ਤੁਹਾਨੂੰ ਕੋਈ ਬੰਦਾ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ, ਤਾਂ ਉਦੋਂ ਸਮਝ ਨਹੀਂ ਇਹ ਚੀਜ਼ ਹੁੰਦੀ ਹੈ ਵੀ ਕਿਹੜੀ ਚੀਜ਼ ਤੋਂ ਡਿਸਟਰੈਕਟ ਕਰ ਰਿਹਾ। ਬਹੁਤ ਸਾਰੇ ਲੋਕ ਕਹਿੰਦੇ ਆ ਕਿ 5 ਬੈਂਡ ਵਾਲੇ ਵੀ ਆ ਜਾਓ। ਪਿੱਛੇ ਜੇ ਇਹ ਗੱਲ ਹੋਈ ਸੀ ਵੀ 6 ਤੋਂ ਥੱਲੇ ਵਾਲੇ ਸਰਕਾਰੀ ਕਾਲਜ ਨਹੀਂ ਮਿਲਦਾ। ਥੋੜੀ ਕਲੈਰਿਟੀ ਦਿਓ, ਸੱਚ ਹੈ ਕੀ? ਮੱਕੜ ਸਾਹਿਬ, ਸੱਚ ਉਹੀ ਆ ਜੋ CIC ਕਹਿੰਦੀ ਆ, ਦੂਜਾ ਸਭ ਝੂਠ। ਦੇਖੋ, ਰੂਲਸ ਐਂਡ ਰੈਗੂਲੇਸ਼ਨਸ ਗਵਰਨਮੈਂਟ ਨੇ ਬਣਾਉਣੇ ਨੇ। ਰੂਲਸ ਐਂਡ ਰੈਗੂਲੇਸ਼ਨਸ ਨਾ ਮੈਂ ਬਣਾਉਣੇ ਨੇ, ਨਾ ਮੋਗੇ 'ਚ ਬੈਠ ਕੇ ਮੈਂ ਬਣਾਉਣਾ, ਨਾ ਕੋਈ ਚੰਡੀਗੜ੍ਹ 'ਚ ਬੈਠ ਕੇ ਮੇਰੇ ਤੋਂ ਵੱਡੇ ਆਫਿਸ ਵਾਲਾ ਬਣਾਉਣਾ। ਇਹ ਕੈਨੇਡੀਅਨ ਗਵਰਨਮੈਂਟ ਬਣਾਉਂਦੀ ਹੈ। ਗਵਰਨਮੈਂਟ ਦੇ ਰੂਲਸ ਪੜ੍ਹ ਲਓ, ਉਹ ਜੋ ਕਹਿੰਦੇ ਨੇ ਉਹਨੂੰ ਫੋਲੋ ਕਰ। ਮੈਡੀਕਲ ਕਰਵਾ ਦਿਓ, ਵੈਸੇ ਫੀਸ ਭਰ ਕੇ ਕਾਗਜ਼ ਲਾ ਕੇ ਸਾਨੂੰ ਭੇਜ ਦਿਓ, ਅਸੀਂ ਕੇਸ ਨੂੰ ਜੱਜ ਕਰਾਂਗੇ। ਤੁਹਾਡੀ ਐਜੂਕੇਸ਼ਨਲ ਬੈਕਗ੍ਰਾਉਂਡ ਨੂੰ ਧਿਆਨ 'ਚ ਰੱਖਦੇ ਹੋ ਤੇ ਤੁਹਾਡੇ ਫਿਊਚਰਿਸਟਿਕ ਏਜੰਡੇ ਨੂੰ ਧਿਆਨ 'ਚ ਰੱਖਦੇ ਹੋ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਪੰਜਾਬੀ ਨੌਜਵਾਨ ਦੀ ਅੱਜ ਦੀ ਹਸਰਤ, ਜੇ ਇੱਕ ਕਾਮਨ ਗੱਲ ਕਰ ਲਈਏ ਤਾਂ ਇਹੀ ਹੈ ਕਿ ਕੈਨੇਡਾ ਜਾਣਾ ਤੇ ਪੀਆਰ ਲੈਣੀ ਹੈ। ਪਰ ਅੱਜ ਐਸੇ ਨੌਜਵਾਨ ਦੇ ਨਾਲ ਮਿਲਾਉਣਾ ਜਿਹੜਾ ਕੈਨੇਡਾ ਗਿਆ, ਪੀਆਰ ਵੀ ਸੀਗੀ, ਪਰ ਉਸ ਪੀਆਰ ਨੂੰ ਲੱਤ ਮਾਰ ਕੇ ਵਾਪਸ ਆਪਦੀ ਧਰਤੀ ਤੇ ਆਇਆ, ਮਿਹਨਤ ਕੀਤੀ ਤੇ ਇੱਕ ਚੰਗੇ ਬਿਜ਼ਨਸਮੈਨਾਂ ਦੇ ਵਿੱਚ ਅੱਜ ਪੰਜਾਬ 'ਚ ਉਹਨਾਂ ਦਾ ਨਾਮ ਸ਼ੁਮਾਰ ਹੈ। ਗੱਲਬਾਤ ਕਰਦੇ ਹਾਂ, ਤੁਹਾਨੂੰ ਮਿਲਾਉਂਦੇ ਹਾਂ ਗੁਰਮਿਲਾਪ ਸਿੰਘ ਡੱਲਾ ਹੋਣਾ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਬਹੁਤ ਸਵਾਗਤ ਹੈ। ਔਨ ਏਅਰ ਦੇਖ ਰਹੇ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ, ਮੇਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਮੱਕੜ ਸਾਹਿਬ, ਤੁਸੀਂ ਆਏ। ਪੰਜਾਬੀ ਦੀ ਤਾਂ ਹਸਰਤ ਹੁੰਦੀ ਹੈ ਵੀ ਕੈਨੇਡਾ ਜਾਈਏ, ਪੀਆਰ ਲਈਏ। ਤੁਸੀਂ ਲੈ ਕੇ ਪੀਆਰ ਉੱਥੇ ਛੱਡ ਕੇ ਵਾਪਸ ਆ ਗਏ। ਮੱਕੜ ਸਾਹਿਬ, ਅਸਲ ਦੇ ਵਿੱਚ ਨਾ ਵੀ ਇਹ ਮੇਨ ਤਾਂ ਦਾਣਾ ਪਾਣੀ ਤੇ ਖੜੀ ਹੈ ਗੱਲ, ਵੀ ਤੁਸੀਂ ਕਿੱਥੇ ਰਹਿ ਕੇ ਸਰਵਾਈਵ ਕਰਨਾ, ਕਿੱਥੇ ਰਹਿ ਕੇ ਛਕਣਾ ਪ੍ਰਸ਼ਾਦਾ ਮਹਾਰਾਜ ਨੇ ਲਿਖਿਆ ਹੋਇਆ। ਮੇਰਾ ਕੈਨੇਡਾ ਦਾ ਸ਼ਾਇਦ ਘੱਟ ਲਿਖਿਆ ਸੀ। ਸੋ ਟਰਾਈ ਬਹੁਤ ਮਾਰੀ ਸੀ 2004 ਤੋਂ ਲੈ ਕੇ 2012 ਜਾ ਕੇ ਕਾਮਯਾਬ ਹੋਇਆ। ਫਿਰ ਉੱਥੇ ਜਾ ਕੇ ਲੱਗਿਆ ਵੀ ਨਹੀਂ, ਵਾਪਸ ਚੱਲੀਏ, ਉੱਥੇ ਜ਼ਿਆਦਾ ਵਧੀਆ। ਫਿਰ ਇੱਥੇ ਆ ਗਏ। ਅਸਲ ਦੇ ਵਿੱਚ ਮਹਾਰਾਜ ਦੀ ਪਲੈਨਿੰਗ ਸੀ, ਉਹਨੇ ਕੁਝ ਹੋਰ ਸੋਚਿਆ ਸੀ, ਤੇ ਪਰਮਾਤਮਾ ਜਦੋਂ ਸੋਚਦਾ ਉਹ ਜ਼ਿਆਦਾ ਵਧੀਆ ਸੋਚਦਾ ਤੁਹਾਡੇ ਨਾਲ, ਤੇ ਉਹਦਾ ਸੱਚੀ ਅੱਜ ਜ਼ਿਆਦਾ ਵਧੀਆ ਹੀ ਸਾਬਤ ਹੋ ਰਿਹਾ। ਕਿੰਨੇ ਸਾਲ ਲੱਗੇ ਰਹੇ ਵੀ ਜਾਣਾ ਹੈ ਜਾਣਾ ਹੈ? ਤੁਸੀਂ ਦੇਖ ਲਓ, 2004 'ਚ +2 ਕੀਤੀ ਹੈ ਜੀ। ਉਸ ਤੋਂ ਬਾਅਦ ਲਗਾਤਾਰ ਟਰਾਈਆਂ ਮਾਰੀਆਂ ਜੀ 12 ਤੱਕ, 6 ਵਾਰੀ ਰਿਫਿਊਜ਼ ਹੋਇਆ। ਫਿਰ ਆਖਰ ਨੂੰ ਪਰਮਾਨੈਂਟ ਰੈਜ਼ੀਡੈਂਟ ਮੂਵ ਹੋਇਆ ਜੀ 2012 ਦੇ ਵਿੱਚ। 2013 ਦਸੰਬਰ ਦੇ ਵਿੱਚ ਵਾਪਸ ਆ ਗਿਆ ਜੀ। ਉਹ ਕਿਉਂ? ਉਹੀ ਮੈਂ ਜਾਣਨਾ ਚਾਹੁੰਦਾ ਕਿ ਵਾਪਸੀ ਦਾ ਕਾਰਨ ਕੀ ਸੀਗਾ? ਵਾਪਸੀ ਦਾ ਕਾਰਨ ਇਹ ਹੋ ਜਾਂਦਾ ਜੀ ਵੀ ਜਿਵੇਂ ਵੀ ਜਦੋਂ ਜਾ ਕੇ ਉੱਥੇ ਪਹੁੰਚਿਆ, ਜਿਹੜੀ ਚੀਜ਼ ਨਹੀਂ ਦੇਖੀ ਹੁੰਦੀ ਦੂਰੋਂ, ਉਹ ਬਹੁਤ ਦੂਰ ਦੇ ਢੋਲ ਸੁਹਾਵ ਨੇ। ਜਦੋਂ ਉੱਥੇ ਪਹੁੰਚਿਆ ਤਾਂ ਨਹੀਂ ਫਿੱਟ ਬੈਠਾ। ਮੈਨੂੰ ਇਹ ਲੱਗਿਆ ਵੀ ਜੋ ਮੇਰੇ 'ਚ ਕੈਪੇਬਿਲਿਟੀ ਆ, ਜੋ ਕੈਪੈਸਿਟੀ ਆ, ਉਹ ਸ਼ਾਇਦ ਇੰਡੀਅਨ ਮਾਰਕੀਟ, ਪੰਜਾਬ ਦੀ ਮਾਰਕੀਟ ਦੇ ਵਿੱਚ ਜੋ ਮੈਂ ਜੇ ਜਾ ਕੇ ਕੋਈ ਆਪਦਾ ਵੈਂਚਰ ਨਵਾਂ ਖੋਲ੍ਹਾਂ, ਜਾਂ ਮੈਂ ਜੋ ਵੀ ਕੰਮ ਕਰ ਸਕਦਾ, ਇੱਕ ਵੱਡੀ ਪੋਪੂਲੇਟਡ ਜੀ ਮੈਂ ਦੇਖਾਂ, ਪੋਪੂਲੇਸ਼ਨ ਇੱਕ ਵੱਡਾ ਐਸੈਟ ਹੁੰਦਾ ਕਿਸੇ ਵੀ ਮੁਲਕ ਦਾ, ਤੇ ਜਿਸ ਹਿਸਾਬ ਨਾਲ ਸਾਡੀ ਪੋਪੂਲੇਸ਼ਨ, ਉਸ ਹਿਸਾਬ ਨਾਲ ਕਿਸੇ ਵੀ ਕੰਮ ਨੂੰ ਜਾ ਕੇ ਕਾਮਯਾਬ ਕਰਨਾ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਬਹੁਤ ਮੈਨੂੰ ਲੱਗਦਾ ਹੀ ਪੋਸੀਬਿਲਿਟੀਜ਼ ਜ਼ਿਆਦਾ ਸੀ। ਸੋ ਮੇਰੀ ਸੋਚ ਸੀ ਕਿ ਮੈਂ ਆਪਦਾ ਕੰਮ ਕਰਾਂ। ਫਿਰ ਉੱਥੇ ਟਰੱਕ ਚਲਾਇਆ 6-8 ਮਹੀਨੇ, ਤੇ ਲੱਗਿਆ ਵੀ ਨਹੀਂ ਯਾਰ ਚੱਲੀਏ ਵਾਪਸ। ਫਿਰ ਆ ਗਏ ਵਾਪਸ ਜੀ। ਵਾਪਸ ਆ ਕੇ ਸੰਤੁਸ਼ਟ ਹੋਣ ਇੰਨੇ ਸਾਲਾਂ ਬਾਅਦ? ਹੁਣ ਇਹ ਤੋਂ ਗਾਂ ਤਾਂ ਜੀ ਫਿਰ ਦੇਖੋ, ਮਹਾਰਾਜ ਨੇ ਜੋ ਸੋਚਿਆ ਵੀ ਨਹੀਂ ਸੀ ਕਦੇ ਵੀ ਇੱਕ ਨੋਰਮਲ ਪਰਿਵਾਰ, ਇੱਕ ਨੋਰਮਲ ਜ਼ਿਮੀਂਦਾਰ ਪਰਿਵਾਰ ਦਾ ਬੱਚਾ ਜੀ ਅੱਜ 5-7 ਆਫਿਸ ਖੋਲ੍ਹ ਲਏ ਜੀ।
ਨਾਲ EMPLOYEE ਕੰਮ ਕਰਦੇ ਆ, ਟੀਮ ਕੰਮ ਕਰਦੇ ਆ, ਤੁਹਾਡੇ ਨਾਲ ਬੈਠੇ ਆ ਅੱਜ ਟੀਵੀ ਤੇ ਲੋਕ ਸੁਣ ਰਹੇ ਆ, ਤੇ ਸੰਤੁਸ਼ਟੀ ਹੈ ਜੀ ਬਹੁਤ। ਸਕਸੈਸ ਦੀ ਡੈਫੀਨੇਸ਼ਨ ਉਦੋਂ ਕੀ ਸੀ ਤੇ ਹੁਣ ਕੀ ਹੈ ਤੁਹਾਡੇ ਵਾਸਤੇ? ਸਕਸੈਸ ਦੀ ਜੇ ਆਪਾਂ ਅਸਲ ਦੇ ਵਿੱਚ ਬੜੀ ਸਬਜੈਕਟਿਵ ਚੀਜ਼ ਆ ਮੱਕੜ ਸਾਹਿਬ ਇਹ। ਮੈਂ ਅਕਸਰ ਹੀ ਜਦੋਂ ਬਿਜ਼ਨਸ ਆਥਰਸ ਨੂੰ ਪੜ੍ਹਦਾ ਤਾਂ ਜਦੋਂ ਸਕਸੈਸਫੁਲ ਬਿਜ਼ਨਸਮੈਨ ਨੇ ਜਿਹੜੇ ਉਹ ਕਹਿੰਦੇ ਆ ਵੀ ਨੈਵਰ ਵਰਕ ਫॉर ਮਨੀ, ਤੇ ਫਿਰ ਸੋਚੀਦਾ ਵੀ ਜੇ ਪੈਸੇ ਲਈ ਕੰਮ ਨਹੀਂ ਕਰਨਾ ਤਾਂ ਫਿਰ ਕੰਮ ਕਿਉਂ ਕਰਨਾ। ਉਹ ਕਹਿੰਦੇ ਆ ਸਰਵਿਸ ਦੇਣੀ ਆ, ਜੋ ਚੀਜ਼ ਕਰ ਰਹੇ ਹੋ ਉਹਨੂੰ 100% ਕਰਨਾ, ਪੈਸਾ ਸੈਕੰਡਰੀ ਆ, ਆਪੇ ਆਊਗਾ। ਤੇ ਉਹ ਤੇ ਜਦੋਂ ਮੈਂ ਉਸ ਚੀਜ਼ ਤੇ ਚੱਲਿਆ ਤਾਂ ਮੇਜਰ ਫੋਕਸ ਹੀ ਸਾਰਾ ਸਰਵਿਸਿਜ਼ ਤੇ ਰੱਖਿਆ ਵੀ ਸਰਵਿਸਿਜ਼ ਦਿਓ। 100% ਸੈਟੀਸਫੈਕਸ਼ਨ ਤਾਂ ਤੁਸੀਂ ਸਰਵਿਸ ਇੰਡਸਟਰੀ ਦੇ ਵਿੱਚ ਨਹੀਂ ਡਿਲੀਵਰ ਕਰ ਸਕਦੇ, ਪਰ ਕੋਸ਼ਿਸ਼ ਹਮੇਸ਼ਾ ਇਹੀ ਰਹੀ ਹੈ ਵੀ ਸਰਵਿਸਿਜ਼ ਦੇਣੀਆਂ ਨੇ ਐਂਡ ਇੱਕ ਪਾਰਟਿਕੂਲਰ ਦਾਇਰੇ 'ਚ ਰਹਿ ਕੇ ਦੇਣੀਆਂ ਨੇ, ਉਹ ਦਾਇਰਾ ਵੀ ਨਹੀਂ ਕ੍ਰਾਸ ਕਰਨਾ। ਤੇ ਅੱਜ ਸਕਸੈਸ ਦੀ ਡੈਫੀਨੇਸ਼ਨ ਇਹ ਆ ਕਿ ਤੁਸੀਂ ਜੋ ਸੋਚ ਕੇ ਚੱਲੇ ਸੀ, ਜੇ ਤੁਹਾਨੂੰ ਆਪਦਾ ਦਾਇਰਾ ਨਹੀਂ ਛੱਡਣਾ ਪਿਆ ਤੇ ਤੁਸੀਂ ਪੈਸੇ ਵੀ ਕਮਾ ਰਹੇ ਹੋ, ਪ੍ਰਸ਼ਾਦਾ ਵੀ ਸੋਹਣਾ ਛਕ ਰਹੇ ਹੋ, ਤੇ ਆਪਦਾ ਦਾਇਰਾ ਵੀ ਨਹੀਂ ਕ੍ਰਾਸ ਕਰਨਾ ਪਿਆ, ਆਪਦੀ ਇੱਕ ਜੜ੍ਹਾਂ ਨੂੰ ਵੀ ਨਹੀਂ ਛੱਡਣਾ ਪਿਆ, ਤੇ ਤੁਸੀਂ ਅੱਜ ਬੜਾ ਕੁਝ ਹੋ ਰਿਹਾ ਇੰਡਸਟਰੀ ਦੇ ਵਿੱਚ। ਜੇ ਤੁਸੀਂ ਗੁਰਮਲਵ ਸਿੰਘ ਦੀਆਂ 14 ਤੋਂ ਲੈ ਕੇ ਫੇਸਬੁੱਕ ਦੀਆਂ ਵੀਡੀਓ ਦੇਖੋਗੇ, ਜੋ CIC ਕਹਿ ਰਿਹਾ ਉਹੀ ਪ੍ਰਮੋਟ ਹੋ ਰਿਹਾ, ਉਹਦੇ ਨਾਲ ਹੀ ਜੁੜਿਆ ਹੋਇਆ, ਅੱਗੇ ਵੀ ਉਹੀ ਪ੍ਰਮੋਟ ਕਰੂੰਗਾ। ਜੇ ਉਸ ਇੰਡਸਟਰੀ 'ਚ ਹੱਥ ਪਾਇਆ ਤੁਸੀਂ ਆ ਕੇ ਜਿਹੜੀ ਬਦਨਾਮ ਸੀ, ਖਾਸ ਤੌਰ ਤੇ ਮੋਗਾ ਸ਼ਹਿਰ ਦੇ ਵਿੱਚ ਤਾਂ ਇੰਨੀ ਬਦਨਾਮੀ ਸੀ ਏਜੰਟਾਂ ਦੀ ਔਰ ਇਮੀਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਨ ਵਾਲਿਆਂ ਦੀ। ਕੈਨੇਡਾ ਤੋਂ ਵਾਪਸੀ ਦੀ ਫਲਾਈਟ ਫੜਨ ਲੱਗੇ, ਤੁਰਨ ਲੱਗੇ, ਸੋਚਿਆ ਨਹੀਂ ਸੀ ਵੀ ਹੱਥ ਕਿਸ ਚੀਜ਼ ਨੂੰ ਪਾਉਣ ਲੱਗਿਆ ਔਰ ਇੱਥੇ ਆ ਕੇ ਕਲੀਨ ਕਿਵੇਂ ਹੋ ਕੇ ਰਿਹਾ ਜਾਊਗਾ ਸਾਰੀ ਉਮਰ। ਅਸਲ ਦੇ ਵਿੱਚ ਮੱਕੜ ਸਾਹਿਬ ਜਿਹੜੀ ਪਲੈਨਿੰਗ, ਜਿਵੇਂ ਇੰਨੀ ਕਹਿ ਦਿੰਦਾ ਵੀ ਮੈਂ ਬਹੁਤ ਸਿਆਣਪ ਨਾਲ ਕੁਝ ਪਲਾਨ ਕੀਤਾ, ਤੇ ਐਵੇਂ ਗੱਲਾਂ ਝੂਠ ਹੁੰਦੀਆਂ ਨੇ। ਇਹ ਅਸਲ ਦੇ ਵਿੱਚ ਮਹਾਰਾਜ ਨੇ ਜਿਹੜੀ ਪਲੈਨਿੰਗ ਕੀਤੀ ਹੋਈ ਸੀ ਨਾ, ਉਹੀ ਜਾਣਦਾ ਸੀ। ਮੈਂ ਤਾਂ ਕਾਇਲਸ ਇੰਸਟੀਚਿਊਟ ਰਨ ਕਰਦਾ ਸੀ, ਬੱਚਿਆਂ ਨੂੰ ਪੜ੍ਹਾਉਣਾ, ਨਾਲ ਇਮੀਗ੍ਰੇਸ਼ਨ ਨੂੰ ਸੈਕੰਡਰੀ ਰੱਖ ਕੇ ਚੱਲ ਰਿਹਾ ਸੀ। ਪ੍ਰਾਇਮਰੀ ਬਿਜ਼ਨਸ ਆਇਲਸ ਸੀ। ਅੱਜ ਵੀ ਮੇਰਾ ਤੁਸੀਂ ਇਮੀਗ੍ਰੇਸ਼ਨ ਆਫਿਸ ਦੇ ਨਾਲ ਤੁਹਾਨੂੰ ਆਇਲਸ ਇੰਸਟੀਚਿਊਟ ਮਿਲੂਗੀ ਹੀ ਮਿਲੂਗੀ। ਐਜੂਕੇਸ਼ਨਲ ਪ੍ਰੋਡਕਟ ਸੀ, ਮੇਰਾ ਕੰਮ ਸੀ ਬੱਚਿਆਂ ਨੂੰ ਪੜ੍ਹਾਉਣਾ। ਫਿਰ ਮੈਂ ਜਦੋਂ ਚੁਣਿਆ ਇਹ ਫੀਲਡ ਚੁਣਿਆ, ਮੈਂ ਉਦੋਂ ਵੀ ਇਹਦਾ ਫੋਕਸ ਇਹੀ ਰੱਖਿਆ ਵੀ ਬੱਚਿਆਂ ਨੂੰ ਪੜ੍ਹਾਉਣਾ, ਇੱਥੇ ਵੀ ਪੜ੍ਹਾਉਣਾ, ਕੈਨੇਡਾ ਵੀ ਪੜ੍ਹਾਉਣਾ। ਗੱਲ ਪੜ੍ਹਾਈ ਦੀ ਕਰਨੀ ਆ, ਗੱਲ ਕੋਰਸ ਦੀ ਕਰਨੀ ਆ, ਗੱਲ ਕਾਲਜ ਦੀ ਕਰਨੀ ਆ। ਗੱਲ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਵੀ ਇੰਡਸਟਰੀ ਬਹੁਤ ਮਾੜੀ ਸੀ, ਇੰਡਸਟਰੀ ਤਾਂ ਕੋਈ ਇੰਡਸਟਰੀ ਮਾੜੀ ਹੋ ਸਕਦੀ ਆ, ਇੰਡਸਟਰੀ ਨਹੀਂ ਮਾੜੀ ਹੁੰਦੀ, ਇਨਸਾਨ ਮਾੜੇ ਚੰਗੇ ਹੁੰਦੇ ਆ। ਹੁਣ ਕੁਝ ਇਨਸਾਨ ਮਾੜੇ ਆ, ਕੁਝ ਚੰਗੇ ਆ, ਚੰਗੇ ਵੀ ਬਹੁਤ ਨੇ। ਮੋਗੇ 'ਚ ਹੀ ਬਹੁਤ ਚੰਗੇ ਨੇ ਜਿਨ੍ਹਾਂ ਤੋਂ ਤੁਸੀਂ ਸਿੱਖਿਆ, ਜਿਨ੍ਹਾਂ ਨੂੰ ਸਿੱਖ ਕੇ ਇੱਥੇ ਤੱਕ ਪਹੁੰਚੇ ਆ, ਜਿਨ੍ਹਾਂ ਤੋਂ। ਅਕਸਰ ਆਮ ਲੋਕਾਂ 'ਚ ਇਹ ਧਾਰਨਾ ਬਣੀ ਹੋਈ ਹੈ ਕਿ ਵਾਕਈ ਇਮੀਗ੍ਰੇਸ਼ਨ ਏਜੰਟਸ ਜਾਂ ਇਮੀਗ੍ਰੇਸ਼ਨ ਸਰਵਿਸ ਪ੍ਰੋਵਾਈਡਰਸ ਕਲੀਨ ਤੇ ਓਨੈਸਟ ਵੀ ਹੁੰਦੇ ਆ। ਦੇਖੋ ਮੱਕੜ ਸਾਹਿਬ, ਇਉਂ ਆ ਗੱਲ, ਹੁਣ ਜਿਵੇਂ ਇਹ ਗੱਲ ਕਰਾਂ ਵੀ ਇਮੀਗ੍ਰੇਸ਼ਨ ਏਜੰਟ ਧੋਖਾ ਦਿੰਦੇ ਨੇ, ਆਪਾਂ ਇਹ ਅਕਸਰ ਗੱਲ ਸੁਣਦੇ ਆ। ਹੁਣ ਜੇ ਤੁਸੀਂ ਪਿਛਲੇ ਦਿਨਾਂ ਦੀਆਂ ਵੀਡੀਓਜ਼ ਚੱਕੋਗੇ, ਇਮੀਗ੍ਰੇਸ਼ਨ ਏਜੰਟਸ ਥਰੂ ਗਏ ਹੋਏ ਬੱਚਿਆਂ ਨੇ ਕਿੱਡੇ ਵੱਡੇ ਵੱਡੇ ਧੋਖੇ ਕਰਤੇ। ਧੋਖਾ ਉਹਨੇ ਇਕੱਲੇ ਆਪਦੇ ਹਸਬੈਂਡ ਨਾਲ ਨਹੀਂ ਕੀਤਾ, ਉਹਨੇ ਮਹਾਰਾਜ ਨਾਲ ਵੀ ਕਰਤਾ। ਗੁਰੂ ਘਰ ਲਈਆਂ ਹੋਈਆਂ ਲਾਵਾਂ ਵੀ ਭੁੱਲ ਗਏ, ਆਪਦੇ ਢਿੱਡੋਂ ਜੰਮੇ ਹੋਏ ਬੱਚੇ ਵੀ ਭੁੱਲ ਗਏ। ਧੋਖਾ ਤਾਂ ਕੋਈ ਵੀ ਇਨਸਾਨ ਕਰ ਸਕਦਾ ਜੀ, ਮੈਟਰ ਨਹੀਂ ਕਰਦਾ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋ, ਤੁਸੀਂ ਕਰਿਆਨਾ ਸਟੋਰ 'ਚ ਕੰਮ ਕਰਦੇ ਹੋ, ਤੁਸੀਂ ਪੈਟਰੋਲ ਪੰਪ ਚਲਾਉਂਦੇ ਹੋ, ਜਾਂ ਤੁਸੀਂ ਕੀ ਕਰਦੇ ਹੋ। ਇਹ ਤਾਂ ਫਿਤਰਤ ਹੈ, ਇਹ ਤਾਂ ਇੱਕ ਇਨਸਾਨ ਦੀ। ਤੁਸੀਂ ਉਹਦੇ ਤੇ ਆਪਦਾ ਡਿਸਪਲਿਨ ਬਣਾ ਕੇ ਰੱਖਣਾ। ਤੁਸੀਂ ਚੰਗਾ ਕੰਮ ਵੀ ਕਰ ਸਕਦੇ ਹੋ। ਹੁਣ ਉਹ ਚੰਗਾ ਕੰਮ ਸਾਰਿਆਂ ਨੂੰ ਵੀ ਨਹੀਂ ਚੰਗਾ ਲੱਗਦਾ, ਹੋ ਸਕਦਾ ਮੈਨੂੰ ਵੀ 10 ਬੰਦੇ ਗਾਲਾਂ ਕੱਢਣ ਵਾਲੇ ਮਿਲਣ, ਪਰ ਉਹ ਮੈਟਰ ਨਹੀਂ ਕਰਦਾ। ਕੀ ਤੁਸੀਂ ਆਪਦੇ ਸ਼ੀਸ਼ੇ ਦੇ ਵਿੱਚ ਖੜ ਕੇ ਜਦੋਂ ਤੁਸੀਂ ਆਪਦੇ ਆਪ ਨੂੰ ਦੇਖਦੇ ਆ, ਆਪਦੇ ਆਪ ਨੂੰ ਤਾਂ ਸੱਚ ਬੋਲ ਸਕਦੇ ਆ ਨਾ, ਉਦੋਂ ਤੁਸੀਂ ਇਹ ਦੇਖਣਾ ਵੀ ਕਿਸੇ ਨਾਲ ਤੁਸੀਂ ਜੁਰਮ ਤਾਂ ਨਹੀਂ ਕਰ ਰਹੇ, ਗਲਤੀ ਤਾਂ ਇਨਸਾਨ ਨੇ ਕਰਦੀ ਰਹਿਣੀ ਹੈ ਜੀ। ਪੈਸਾ ਕਮਾਉਣਾ ਗੁਨਾਹ ਨਹੀਂ ਹੈ, ਪਰ ਅਕਸਰ ਇੱਕ ਆਮ ਕਹਿ ਦਿੰਦੇ ਆ ਅਸੀਂ, ਜਦੋਂ ਕੋਈ ਬਹੁਤ ਰਿਚ ਹੋ ਜਾਂਦਾ ਹੈ ਜਾਂ ਜਦੋਂ ਕੋਈ ਗਰੋ ਕਰਦਾ ਹੈ ਤਾਂ ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਕਿ ਕੁਝ ਗਲਤੀ ਕੀਤਾ ਹੋਣਾ ਯਾਰ, ਅਸੀਂ ਤਾਂ ਇੰਨੇ ਸਾਲ ਹੋ ਗਏ ਮਿਹਨਤ ਕਰਦੇ ਹਾਂ, ਅਸੀਂ ਤਾਂ ਕਮਾਇਆ ਨਹੀਂ, ਜਾਂ ਗਲਤ ਤਰੀਕੇ ਨਾਲ ਕਮਾਇਆ ਹੋਇਆ ਪੈਸਾ ਗੁਨਾਹ ਹੈ। ਇਹ ਅਕਸਰ ਹੀ ਮੱਕੜ ਸਾਹਿਬ ਇਹ ਧਾਰਨਾ ਨਾ ਅਸਲ ਦੇ ਵਿੱਚ ਬੜੀ ਗਲਤ ਆ। ਮੈਂ ਵੈਸੇ ਮਾਫੀ ਚਾਹੁੰਦਾ, ਛੋਟਾ ਮੂੰਹ ਵੱਡੀ ਗੱਲ ਹੋ ਜਾਣੀ ਆ, ਮੇਰੀ ਇੰਨੀ ਔਕਾਤ ਨਹੀਂ ਹੈਗੀ ਮੈਂ ਲੋਕਾਂ ਨੂੰ ਸਮਝਾ ਸਕਾਂ, ਪਰ ਫਿਰ ਵੀ ਜੇ ਸਵਾਲ ਪੁੱਛਿਆ ਤੁਸੀਂ, ਮੈਂ ਇਹਦਾ ਆਨਸਰ ਦੇਣਾ ਚਾਹੁੰਦਾ ਵੀ ਫਾਈਨੈਂਸ਼ੀਅਲੀ ਐਜੂਕੇਟ ਕਰਨਾ ਅਸੀਂ ਆਪਦੇ ਬੱਚਿਆਂ ਨੂੰ ਭੁੱਲ ਹੀ ਗਏ। ਅਸੀਂ ਬੱਚਿਆਂ ਦੇ ਪ੍ਰਤੀ ਅਸੀਂ ਬੱਚਿਆਂ ਦੇ ਮਨ ਦੇ ਵਿੱਚ ਪੈਸੇ ਪ੍ਰਤੀ ਇੰਨੀਆਂ ਕੁ ਮਾੜੀਆਂ ਧਾਰਨਾਵਾਂ ਖੜੀਆਂ ਕਰਤੀਆਂ ਨਾ, ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਜਿਹੜਾ ਬੰਦਾ 5 ਸਟਾਰ ਹੋਟਲ 'ਚ ਬਹਿ ਕੇ ਰੋਟੀ ਖਾਂਦਾ ਨਾ, ਉਹਦੇ ਕੋਲੇ 2 ਨੰਬਰ ਦਾ ਪੈਸਾ। ਉਹਨੂੰ ਇਹ ਲੱਗਦਾ ਵੀ 2 ਨੰਬਰ ਦੀ ਕਮਾਈ ਕੀਤੇ ਬਿਨਾਂ 5 ਸਟਾਰ ਹੋਟਲ 'ਚ ਬੈਠਿਆ ਨਹੀਂ ਜਾ ਸਕਦਾ, ਚੰਗੀ ਗੱਡੀ ਨਹੀਂ ਲਈ ਜਾ ਸਕਦੀ, ਚੰਗੇ ਕੱਪੜੇ ਨਹੀਂ ਪਾਈ ਜਾ ਸਕਦੇ। ਉਹਨੂੰ ਇਹ ਫੀਲਿੰਗ ਹੀ ਆਉਣ ਲੱਗੀ, ਪਰ ਅਸਲ ਦੇ ਵਿੱਚ ਐਸੀ ਚੀਜ਼ ਨਹੀਂ ਹੈ। ਅਮੀਰ ਨਾਲ ਨਫ਼ਰਤ ਦੀ ਸਾਡੀ ਸੋਸਾਇਟੀ ਦੀ ਇੱਕ ਪਰਸੈਪਸ਼ਨ ਹਮੇਸ਼ਾ ਰਹਿੰਦੀ ਹੈ, ਬਣੀ ਰਹੇਗੀ ਕਿ ਜੇ ਕੋਈ ਵੱਡੀ ਗੱਡੀ 'ਚ ਜਾ ਰਿਹਾ ਉਹ ਅਮੀਰ ਹੈ, ਤਾਂ ਦਿਮਾਗ 'ਚ ਇਹ ਗੱਲ ਆਉਂਦੀ ਹੈ ਵੀ ਯਾਰ ਕੋਈ 2 ਨੰਬਰ ਦਾ ਕੰਮ ਹੀ ਕੀਤਾ ਹੋਣਾ। ਇਹ ਅਸਲ ਦੇ ਵਿੱਚ ਇੱਕ ਗਲਤ ਧਾਰਨਾ ਹੈ। ਇਹ ਤੁਸੀਂ ਇਹ ਚੀਜ਼ ਸੋਚਣੀ ਪਊਗੀ ਵੀ ਤੁਸੀਂ ਰੋਕ ਰਹੇ ਹੋ ਉਹਦੇ ਬੱਚਿਆਂ ਨੂੰ ਗਰੋ ਕਰਨ ਤੋਂ।
ਤੁਸੀਂ ਉਹਨਾਂ ਦੀ ਗਰੋਥ ਦੇ ਵਿੱਚ ਅੜਚਣ ਪੈਦਾ ਕਰ ਰਹੇ ਹੋ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ। ਤੁਹਾਨੂੰ ਇਹ ਸਮਝਣਾ ਪਊਗਾ, ਤੁਹਾਨੂੰ ਦੱਸਣਾ ਪਊਗਾ ਵੀ ਭਾਈ ਤੂੰ ਵੀ ਕਰ ਸਕਦਾ। ਜੇ ਫਲਾਨਿਆਂ ਦਾ, ਜੇ ਇੱਕ ਕਲਰਕ ਦਾ ਮੁੰਡਾ ਆਫਿਸ ਚਲਾ ਸਕਦਾ 4 5 10 ਤਾਂ ਤੂੰ ਵੀ ਚਲਾ ਸਕਦਾ। ਜੇ ਇਹ ਚਲਾ ਸਕਦਾ, ਕੋਈ ਐਡਾ ਐਕਸਟਰਾ ਦਿਮਾਗ ਤਾਂ ਕਿਸੇ ਦੇ ਲੱਗਿਆ ਨਹੀਂ। ਐਕਸਟਰਾ ਤਾਂ ਮਹਾਰਾਜ ਕੁਛ ਲਾ ਕੇ ਨਹੀਂ ਨਾ ਭੇਜਦਾ। ਮਹਾਰਾਜ ਤਾਂ ਕਹਿੰਦਾ ਵੀ ਮੈਂ ਸਭ ਨੂੰ ਬਰਾਬਰ ਰੱਖਦਾ। ਤੁਸੀਂ ਬਰਾਬਰ, ਤੁਹਾਨੂੰ ਵਿੱਚ ਗੁਣ ਔਗਣ ਸਾਰਾ ਕੁਝ ਬਰਾਬਰ ਪਾਤੇ। ਇੱਕ ਇਨਸਾਨ ਦੇ ਵਿੱਚ ਗੁਣ ਵੀ ਨੇ, ਔਗਣ ਵੀ ਨੇ, ਪਰ ਤੁਸੀਂ ਯੂਟਿਲਾਈਜੇਸ਼ਨ ਆਫ ਯੂਰ એનર્ਜੀ, ਉਹ ਸਾਰੀ ਗੱਲ ਉੱਥੇ ਖੜੀ ਹੈ ਵੀ ਤੁਸੀਂ ਉਹਨੂੰ ਯੂਟਿਲਾਈਜ਼ ਕਿਵੇਂ ਕਰਦੇ ਹੋ। ਤੇ ਕਿੰਨਿਆਂ ਕਿ ਤੁਸੀਂ, ਤੁਹਾਡੇ ਦਿਮਾਗ ਦੇ ਅੰਦਰ ਇਹ ਸੋਚ ਆ ਕਿ ਵੀ ਹਰ ਚੀਜ਼ ਪੋਸੀਬਲ ਆ। ਇਨਸਾਨ ਮੂਰੇ ਪ੍ਰਮਾਤਮਾ ਕਹਿੰਦਾ ਹਰ ਚੀਜ਼ ਪੋਸੀਬਲ ਆ, ਉਹ ਕੁਝ ਵੀ ਕਰ ਸਕਦਾ। ਇੱਕ ਆਮ ਸਧਾਰਨ ਪਰਿਵਾਰ ਦਾ ਬੱਚਾ ਗੁਰਮਿਲਾਪ ਸਿੰਘ ਜੇ ਸਕਸੈਸਫੁਲ ਬਿਜ਼ਨਸਮੈਨ ਇੱਥੇ ਬਣਿਆ ਹੈ, ਬਾਕੀਆਂ ਬਾਰੇ ਵੀ ਸੋਚ ਸਕਦੇ ਹਾਂ। ਆਮ ਪੰਜਾਬ ਦਾ ਆਮ ਬੱਚਾ ਜੇ ਕੈਨੇਡਾ ਨਾ ਜਾ ਕੇ ਇੱਥੇ ਆਪਦੇ ਸੁਪਨੇ ਪੂਰੇ ਕਰਨੇ ਚਾਹੁੰਦਾ ਹੈ, ਹੋ ਸਕਦੇ 100% ਹੋ ਸਕਦੇ, 100% ਹੋ ਸਕਦੇ ਨੇ। ਮੈਂ ਕਹਿੰਦਾ ਜੀ ਕਰ ਰਹੇ ਨੇ ਬੱਚੇ ਬੜੇ ਵਧੀਆ ਤਰੀਕੇ ਨਾਲ। ਬੱਚਿਆਂ ਦੇ ਵਿੱਚ ਕਾਬਲੀਅਤ ਦੀ ਕਮੀ ਨਹੀਂ ਹੈ। ਸਾਡੇ ਬੱਚਿਆਂ ਦੇ ਵਿੱਚ ਕਾਬਲੀਅਤ ਦੀ ਜੇ ਕਮੀ ਹੋਵੇ ਨਾ ਮੱਕੜ ਸਾਹਿਬ, ਫਿਰ ਉਹ ਕੈਨੇਡਾ ਜਾ ਕੇ ਵੀ ਫੇਲ ਹੋ ਜਾਣ। ਕੈਨੇਡਾ ਦੀ ਧਰਤੀ ਉਹਨਾਂ ਦੀ ਕਾਬਲੀਅਤ ਨੂੰ ਪ੍ਰਮੋਟ ਕਰਦੀ ਆ, ਉਹਨਾਂ ਦੀ ਕਾਬਲੀਅਤ ਨੂੰ ਯੂਟਿਲਾਈਜ਼ ਕਰਦੀ ਆ, ਉਹਨਾਂ ਦੀ એનર્ਜੀ ਨੂੰ ਸਿੱਧੇ ਰਾਹ ਪਾਉਂਦੀ ਆ। ਜੇ ਸਾਡੇ ਕੋਲੇ ਇਹੋ ਜਿਹੇ ਸੋਰਸਸ ਹੋਣ, ਗੱਲ ਸੋਰਸਸ ਦੀ ਕਮੀ ਆ। ਪੰਜਾਬ ਦੇ ਵਿੱਚ એનર્ਜੀ ਬਹੁਤ ਆ ਪਰ ਸੋਰਸਸ ਦੀ ਕਮੀ ਆ। ਹੁਣ એનર્ਜੀ ਉਹਨੇ ਨਿਕਲਣਾ ਤਾਂ ਹੈਗਾ ਹੀ ਆ ਕਿਸੇ ਪਾਸੇ। ਬਿਲਕੁਲ। ਜੇ ਉਹਨੂੰ ਤੁਸੀਂ ਗਰਾਊਂਡ 'ਚ ਨਹੀਂ ਲੈ ਕੇ ਜਾਓਗੇ, ਉਹ ਕਿਸੇ ਨਾਲ ਲੜੂਗਾ। ਜੇ ਉਹਨੂੰ ਤੁਸੀਂ ਗਰਾਊਂਡ 'ਚ ਉਹਦੀ એનર્ਜੀ 2 ਘੰਟੇ ਸ਼ਾਮ ਨੂੰ ਨਹੀਂ ਕਢਾਓਗੇ ਤਾਂ ਫਿਰ ਉਹ ਕਿਸੇ ਨਾਲ ਲੜੂਗਾ। ਹੁਣ એનર્ਜੀ ਕਿਸ ਤਰੀਕੇ ਨਾਲ ਯੂਟਿਲਾਈਜ਼ ਹੋ ਰਹੀ ਹੈ ਵੀ ਉਹਨਾਂ ਨੂੰ ਕੰਮ ਵੀ ਕਰਾਇਆ ਜਾ ਰਿਹਾ, ਉਹਨਾਂ ਨੂੰ ਡਾਲਰ ਵੀ ਦਿੱਤੇ ਜਾ ਰਹੇ ਆ, ਉਹਨਾਂ ਨੂੰ ਪੜ੍ਹਾਇਆ ਵੀ ਜਾ ਰਿਹਾ, ਉਹਨਾਂ ਦੀਆਂ ਡਿਗਰੀਆਂ ਵੀ ਕਰਾਈਆਂ ਜਾ ਰਹੀਆਂ, ਚੰਗੀਆਂ ਗੱਡੀਆਂ ਵੀ ਰੱਖੀਆਂ, ਆਪ ਪੈਸੇ ਦੀ ਵੈਲਿਊ ਵੀ ਸਮਝ ਆ ਗਈ। ਬੱਚੇ ਮੱਕੜ ਸਾਹਿਬ ਟਰੱਕਿੰਗ ਕੰਪਨੀਆਂ ਦੇ ਮਾਲਕ ਬਣ ਗਏ, ਰੀਅਲ ਏਸਟੇਟ ਕੰਪਨੀਆਂ ਦੇ ਮਾਲਕ ਬਣ ਗਏ। ਸਟੂਡੈਂਟ ਲਾਈਫ ਦੌਰਾਨ ਮਿਹਨਤ ਕਰਕੇ ਘਰ ਲੈ ਲਏ। ਕੁੜੀਆਂ ਮਾਂ ਪਿਓ ਦੇ ਕਰਜ਼ੇ ਲਾਉਣ ਦੇ ਕਾਬਲ ਹੋ ਗਈਆਂ। ਹੈ ਤਾਂ ਉਹੀ ਬੱਚੇ ਨੇ। ਉੱਥੇ ਜਾ ਕੇ ਕੁਝ ਨਵਾਂ ਤਾਂ ਪੈ ਹੀ ਨਹੀਂ ਗਿਆ ਉਹਨਾਂ 'ਚ। ਪਰ ਇਹ ਅਦਰ ਸਾਈਡ ਆਫ ਦਾ ਸਟੋਰੀ ਨਹੀਂ ਦੱਸੀ ਜਾਂਦੀ ਕਦੇ। ਕਾਰਾਂ ਫਰਾਰੀਆਂ ਉਹਨਾਂ ਦੀਆਂ ਫੋਟੋਆਂ ਦਿਖਾਈਆਂ ਜਾਂਦੀਆਂ, ਨਾਇਗਰਾ ਫਾਲਸ ਤੇ ਘੁੰਮਦਿਆਂ ਦੀਆਂ ਫੋਟੋਆਂ ਦਿਖਾਈਆਂ ਜਾਂਦੀਆਂ, ਚੰਗੀ ਸ਼ਾਪਿੰਗ ਦੀਆਂ, ਕਿਵੇਂ ਉੱਥੇ ਦਿਹਾੜੀਆਂ ਲਾਉਣੀਆਂ ਪੈਂਦੀਆਂ, ਕਿਵੇਂ ਇੰਨੀਆਂ ਸ਼ਿਫਟਾਂ ਲਾਉਣੀਆਂ ਪੈਂਦੀਆਂ ਦਿਨ ਰਾਤ। ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਬ੍ਰੇਕਫਾਸਟ ਵਿਚਾਰੇ ਜਾਂਦੇ ਹੋਏ ਨੀਂਦ ਦਾ ਝਪਕੀਆਂ ਲੈਂਦੇ ਨਾਲ ਬ੍ਰੇਕਫਾਸਟ ਕਰ ਰਹੇ ਹੁੰਦੇ ਆ। ਅਕਸਰ ਇਹ ਗੱਲਾਂ ਦੱਸੀਆਂ ਨਹੀਂ ਜਾਂਦੀਆਂ ਜਾਣ ਤੋਂ ਪਹਿਲਾਂ। ਮੱਕੜ ਸਾਹਿਬ ਜ਼ਰੂਰੀ ਬਹੁਤ ਨੇ। ਮੈਂ ਹਮੇਸ਼ਾ ਕਹਿੰਦਾ ਵੀ ਇਹ ਜ਼ਰੂਰੀ ਬਹੁਤ ਨੇ। ਅਸਲ ਦੇ ਵਿੱਚ ਇੰਸਟਾਗ੍ਰਾਮ ਫੇਸਬੁੱਕ ਝੂਠ ਆ। 100 ਫੋਟੋ ਖਿੱਚੋਗੇ, ਇੱਕ ਜਿਹੜੀ ਚੰਗੀ ਆਊਗੀ ਉਹ ਅਪਲੋਡ ਹੋਊ। 10 ਮੇਰੇ ਵੀਜ਼ੇ ਆ ਗਏ, ਮੈਂ ਪਾਤੇ। ਅੱਜ ਮੇਰੀਆਂ ਸਵੇਰੇ 8 ਰਿਫਿਊਜ਼ਲ ਆਈਆਂ, ਮੈਂ ਕਦੇ ਨਹੀਂ ਗੱਲ ਕਰਨੀ ਉਹਦੀ। ਬਿਲਕੁਲ ਕਰੂੰ ਮੈਂ ਕਦੇ ਗੱਲ, ਕਦੇ ਦਿਖਾਊਂ ਮੈਂ 8 ਰਿਫਿਊਜ਼ਲਾਂ ਮੇਰੀਆਂ ਆਈਆਂ ਅੱਜ ਸਵੇਰੇ। ਮੈਂ ਕਹਿੰਦਾ ਮੇਰੀਆਂ ਅੱਜ 8 ਰਿਫਿਊਜ਼ਲ ਆਈਆਂ, ਹਾਲਾਂਕਿ ਪਾਰਟ ਆਫ ਅ ਗੇਮ ਆ। ਸਰ ਜੇ ਵੀਜ਼ਾ ਆਊਗਾ ਤਾਂ ਰਿਫਿਊਜ਼ਲ ਵੀ ਆਊਗਾ। ਮੇਰੀ ਤਾਂ ਜੂਰਿਡਿਕਸ਼ਨ 'ਚ ਵੀ ਹੈ ਨਹੀਂ ਵੀਜ਼ਾ ਰਿਫਿਊਜ਼ਲ। 100% ਕਦੇ ਨਹੀਂ ਹੁੰਦਾ, ਇਹ ਤਾਂ ਹੁੰਦਾ ਨਹੀਂ। ਪਰ ਮੈਂ ਕੀ ਕਰ ਰਿਹਾ, ਮੈਂ ਸਿਰਫ ਤੇ ਸਿਰਫ 100 ਫੋਟੋਆਂ ਖਿੱਚਦਾ, ਉਹਦੇ ਵਿੱਚ ਇੱਕ ਜਿਹੜੀ ਮੈਨੂੰ ਚੰਗੀ ਲੱਗੀ ਮੈਂ ਉਹ ਪਾਤੀ। ਪਰ ਜਿਹੜੀਆਂ 99 ਫੋਟੋਆਂ ਨੇ ਅਸਲ ਦੇ ਵਿੱਚ ਅਸਲੀਅਤ ਉਹ ਨਹੀਂ। ਤੁਸੀਂ ਉਹ ਚੀਜ਼, ਮੈਂ ਬੇਨਤੀ ਵੀ ਕਰਦਾ ਉਹਨਾਂ ਦੇ ਸਟੂਡੈਂਟ ਵੀਰਾਂ ਨੂੰ ਕਈ ਵਾਰੀ ਜਦੋਂ ਮੈਂ ਕੈਨੇਡਾ ਮਿਲਦਾ ਵੀ ਯਾਰ, ਜਦੋਂ ਤੁਸੀਂ ਆ ਸੇਫਟੀ ਇਸ਼ੂਆਂ 'ਚ ਹੁੰਦੇ ਆ, ਜਦੋਂ ਤੁਸੀਂ ਲਿਬੜੇ ਤੇ ਘਰੋਂ ਵਾਪਸ ਆ ਰਹੇ ਹੋ, ਉਦੋਂ ਵੀ ਇੱਕ ਦੀ ਫੋਟੋ ਖਿੱਚ ਕੇ ਪਾਇਆ ਕਰੋ ਵੀ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ। ਇਹ ਵੀ ਬੋਲ ਕੇ ਪਾ ਦਿਆ ਕਰੋ ਵੀ ਅਸੀਂ 3 ਘੰਟੇ ਹੀ ਸੁੱਤੇ। ਇਹ ਵੀ ਬੋਲ ਕੇ ਪਾ ਦਿਆ ਕਰੋ ਵੀ ਘਰ ਦੀ ਪੱਕੀ ਹੋਈ ਰੋਟੀ ਖਾਧੀ ਨੂੰ ਹਫ਼ਤਾ ਹੋ ਗਿਆ, ਜਿਹਦੇ ਨਾਲ ਤੁਹਾਡੀ ਮਿਹਨਤ ਵੀ ਕਲੀਅਰ ਹੋ ਜੇ, ਤੁਹਾਡੇ ਮਾਪਿਆਂ ਨੂੰ ਵੀ ਇੱਕ ਸੈਟਿਸਫੈਕਸ਼ਨ ਮਿਲੇ। ਉਹਦੇ 'ਚ ਦੁੱਖ ਦੀ ਗੱਲ ਕੋਈ ਨਹੀਂ, ਕੋਈ ਦੁੱਖ ਦੀ ਗੱਲ ਨਹੀਂ, ਮਾਣ ਦੀ ਗੱਲ ਆ ਵੀ ਸਾਡੇ ਬੱਚੇ ਭੁੱਖੇ ਢਿੱਡ ਵੀ ਟਿਮ ਹਾਰਟਨਸ ਤੋਂ ਬੇਗਲ ਖਾ ਖਾ ਕੇ ਵੀ ਕਮਾਈਆਂ ਕਰ ਰਹੇ ਨੇ। ਇੱਕ ਵੱਡੀ ਗੱਲ ਆ। ਮੈਂ ਕਹਿੰਦਾ ਜੀ ਇਦੋਂ ਵੱਡੀ ਤੇ ਇਦੋਂ ਚੰਗੀ ਗੱਲ ਹੋ ਕੀ ਸਕਦੀ ਆ ਵੀ ਸਾਨੂੰ ਕੰਮ ਕਰਨਾ ਸਿਖਾਤਾ, ਸਾਨੂੰ ਉਸ ਮੁਲਕ ਨੇ ਰਹਿਣਾ ਸਹਿਣਾ ਸਿਖਾਤਾ, ਸਾਨੂੰ ਉਸ ਮੁਲਕ ਨੇ ਪੈਸੇ ਦੀ ਵੈਲਿਊ, ਮਿਹਨਤ ਦੀ ਵੈਲਿਊ ਸਾਨੂੰ ਦੁਬਾਰੇ ਸਿਖਾਤੀ। ਨਹੀਂ ਅਸੀਂ ਭੁੱਲ ਚੁੱਕੇ ਸੀ। ਤੁਸੀਂ ਜ਼ਿਕਰ ਕਰ ਰਹੇ ਸੀ ਥੋੜੀ ਦੇਰ ਪਹਿਲਾਂ ਇੱਕ ਕੇਸ ਦਾ ਕਿ ਕੁੜੀਆਂ ਜਾ ਕੇ ਉੱਥੇ ਧੋਖਾ ਦੇਤਾ, ਗੁਰੂ ਨਾਲ ਵੀ ਧੋਖਾ ਕੀਤਾ। ਬੇਅੰਤ ਦੇ ਕੇਸ ਦੀ ਗੱਲ ਕਰਨੀ ਚਾਹੁੰਦਾ, ਗਲਤ ਮੰਨਦੇ ਹੋ ਕੁੜੀ ਨੂੰ? ਗਲਤ ਸਹੀ ਦਾ ਫੈਸਲਾ ਤਾਂ ਜੀ ਆਖਰ ਨੂੰ ਮਹਾਰਾਜ ਕਰਨਗੇ। ਕੌਣ ਆ, ਹੈ ਨਾ? ਬੰਦਾ ਤੇ ਜਾਂ ਅਦਾਲਤ ਕਰ ਸਕਦੀ ਆ ਜਾਂ ਫਿਰ ਵੱਡੀ ਅਦਾਲਤ ਆ ਜਿਹੜੀ ਉਹ ਕਰੂਗੀ ਆਖਰੀ ਫੈਸਲਾ। ਪਰ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਮੱਕੜ ਸਾਹਿਬ, ਇੱਕ ਸਵਾਲ ਤਾਂ ਮੇਰਾ ਇਹ ਆ ਵੀ ਕੀ ਬੇਅੰਤ ਜਾਂ ਕੋਈ ਵੀ ਕੁੜੀ ਜਾਂ ਕੋਈ ਵੀ ਮੁੰਡਾ ਕੈਨੇਡਾ ਬੁਲਾ ਕੇ ਆਪਦੇ ਜੀਵਨ ਸਾਥੀ ਨੂੰ ਛੱਡ ਦੇਵੇ, ਉਹ ਗਲਤ ਨਹੀਂ? ਉਹ ਵੀ ਗਲਤ ਆ। ਗੱਲ ਕੈਨੇਡਾ ਦਾ ਇਸ਼ੂ ਨਹੀਂ ਹੈ, ਉਹ ਬਾਅਦ ਦਾ। ਗੱਲ ਪੈਸੇ ਦਾ ਵੀ ਇਸ਼ੂ ਨਹੀਂ ਹੈ। ਤੁਹਾਨੂੰ ਲੱਗਦਾ ਜੇ ਉਹ ਲਾਡੀ ਨੂੰ ਉੱਥੇ ਸੱਦ ਲੈਂਦੀ, ਉਦੋਂ ਬਾਅਦ ਉਹ ਛੱਡ ਦਿੰਦੀ, ਉਹ ਵੀ ਗਲਤ ਹੈ? ਉਹ ਵੀ ਗਲਤ ਆ। ਤੁਸੀਂ ਮਹਾਰਾਜ ਮੂਰੇ ਇੱਕ, ਤੁਸੀਂ ਆਪਦੇ ਇਸ਼ਟ ਮੂਰੇ ਖੜ ਕੇ, ਇੱਕੋ ਰਜਿਸਟ੍ਰੇਸ਼ਨ ਹੁੰਦੀ ਹੈ ਸਾਡੇ ਸਾਰੇ। ਜੇ ਮੈਂ ਰਿਸ਼ਤੇ ਚੱਕ ਲਾਂ,
ਇੱਕ ਰਿਸ਼ਤਾ ਜਿਹਦਾ ਰਜਿਸਟ੍ਰੇਸ਼ਨ ਹੁੰਦੀ ਆ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ, ਕਿਸੇ ਵੀ ਰਿਸ਼ਤੇ ਦੀ ਰਜਿਸਟ੍ਰੇਸ਼ਨ ਨਹੀਂ, ਇਕੱਲੇ ਵਿਆਹ ਦੀ। ਪ੍ਰਮਾਤਮਾ ਦੇ ਮੂਹਰੇ ਆਪਦੇ ਇਸ਼ਟ ਮੂਹਰੇ ਖੜ ਕੇ ਤੁਸੀਂ ਸਹੁੰ ਚੱਕਦੇ ਆ, ਛੋਟੀ ਅਰਦਾਸ ਹੁੰਦੀ ਹੈ ਨਾ, ਮੁੰਡਾ ਕੁੜੀ ਦੇ ਮਾਪਿਓ ਖੜਦੇ ਆ, ਮੁੰਡਾ ਕੁੜੀ ਖੜਦੇ, ਰਜਿਸਟ੍ਰੇਸ਼ਨ ਆ, ਤੁਸੀਂ ਉਹਨੂੰ ਵੀ ਭੁੱਲ ਗਏ। ਲੇਖਾ ਤਾਂ ਦੇਣਾ ਪਊਗਾ ਮਹਾਰਾਜ, ਪੁੱਛਿਆ ਜਾਊਗਾ ਤੁਹਾਡੇ ਤੋਂ ਸਵਾਲ ਹੈ ਆਖਰ ਨੂੰ। ਕੈਨੇਡਾ ਤਾਂ ਛੋਟੀਆਂ ਗੱਲਾਂ ਨੇ ਮੱਕੜ ਸਾਹਿਬ, ਕੈਨੇਡਾ ਪਹੁੰਚਣਾ, ਕੈਨੇਡਾ ਚਲੇ ਜਾਣਾ, ਪੈਸੇ ਲੱਗ ਜਾਣੇ, ਬਹੁਤ ਛੋਟੀਆਂ ਗੱਲਾਂ ਨੇ। ਇਹ ਤਾਂ ਇੱਕ ਮਿਸਾਲੀ ਗੱਲ ਸੀਗੀ, ਪੰਜਾਬ ਤਾਂ ਭਰਿਆ ਪਿਆ ਇਹੋ ਜਿਹੀਆਂ ਐਗਜ਼ਾਮਪਲਸ ਦੇ ਨਾਲ। ਮੈਂ ਕਹਿੰਦਾ ਜੀ 90s ਦਾ ਤੁਸੀਂ ਚੱਕੋ, ਹਰ ਪੰਜਾਬ ਦੇ ਹਰ ਪਿੰਡ ਦੇ ਵਿੱਚ ਤੁਹਾਨੂੰ 2 ਤੋਂ 3 ਕੁੜੀਆਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਕੈਨੇਡਾ ਦੇ PRI ਲਾੜੇ ਬੱਚਿਆਂ ਸਣੇ ਛੱਡ ਗਏ। ਤੁਸੀਂ ਲਿਖਾ ਤਾਂ ਦੇਣਾ ਪਊਗਾ ਨਾ ਹਰ ਚੀਜ਼ ਦਾ। ਸਮਾਂ ਹੀ ਬਦਲਿਆ, ਸੋਸ਼ਲ ਮੀਡੀਆ ਆ ਗਿਆ, ਪ੍ਰਮੋਸ਼ਨਸ ਬਦਲ ਗਈਆਂ ਨੇ, ਥੋੜਾ ਜਿਹਾ ਕਲਚਰ ਡਿਫਰੈਂਟ ਹੋ ਗਿਆ। ਪਰ ਇਹ ਨਵਾਂ ਨਹੀਂ ਹੈ, ਤੁਸੀਂ ਕਹਿ ਰਹੇ ਹੋ। ਮੈਂ ਕਹਿੰਦਾ ਜੀ ਟ੍ਰੈਂਡ ਬਹੁਤ ਪੁਰਾਣਾ ਚੱਲਦਾ ਹਰ ਟਾਈਮ ਹੀ ਚੱਲਦਾ। ਜਿਹੜੀ ਸਾਡੇ ਤੋਂ ਅਗਲੀ ਪੀੜ੍ਹੀ ਸੀਗੀ ਉਹ ਵੀ ਕਸੂਰਵਾਰ ਉਨੀ ਹੈ ਇਸ ਗੱਲ ਦੀ। ਉਨੀ ਹੀ ਕਸੂਰਵਾਰ ਆ ਜੀ। ਸਾਨੂੰ ਇਹ ਚੀਜ਼ਾਂ ਵਿਰਸੇ 'ਚ ਮਿਲੀਆਂ ਨੇ, ਸਾਨੂੰ ਸਮਝਾਇਆ ਹੀ ਨਹੀਂ ਗਿਆ ਵੀ ਇਹ ਜੇ ਤੁਸੀਂ ਰਿਸ਼ਤਾ ਬਣਾਉਣਾ ਤੇ ਬਣਾਉਣਾ ਕਿਵੇਂ ਆ, ਜੇ ਇਹ ਰਿਸ਼ਤਾ ਬਣਿਆ ਆ ਤਾਂ ਇਹਦੀ ਅਹਿਮੀਅਤ ਕੀ ਆ। ਜੇ ਤੁਸੀਂ ਹੁਣ ਕੈਨੇਡਾ ਪਹੁੰਚ ਗਏ, ਤੁਸੀਂ ਇੱਕ ਮਾਂ ਦਾ ਪੁੱਤ ਚਲਿਆ ਗਿਆ, ਇੱਕ ਮਾਂ ਦਾ ਪੁੱਤ ਸਿਰਫ ਤੇ ਸਿਰਫ ਇਸ ਗੱਲ ਕਰਕੇ ਤੁਰ ਗਿਆ ਵੀ ਉਹਦੀ ਲਾਈਫ ਪਾਰਟਨਰ ਉਹਨੂੰ ਧੋਖਾ ਦੇ ਗਈ। ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਉਹ ਕਿਸ ਡਿਪੋਰਟ ਹੋ ਗਈ ਬੇਅੰਤ ਕੌਰ, ਇੱਧਰ ਵੀ ਆ ਗਈ, ਭਰਪਾਈ ਹੈ ਉਸ ਮਾਂ ਦੀ? ਕੋਈ ਭਰਪਾਈ ਨਹੀਂ। ਮਤਲਬ ਕਹਿਣ ਤੋਂ ਵੀ ਇਹ ਬਹੁਤ ਵੱਡੀ ਪ੍ਰੋਬਲਮ ਹੈ। ਤੇ ਤੁਹਾਨੂੰ ਕੀ ਲੱਗਦਾ ਵੀ 7-8 ਹਜ਼ਾਰ ਜਿਹੜਾ ਕੇਸ ਆ ਗਿਆ ਹੁਣ ਇਸ ਤੋਂ ਬਾਅਦ ਬੰਦ ਹੋ ਜਾਊਗਾ ਇਹ ਸਭ ਕੁਝ? ਨਹੀਂ ਹੋਊਗਾ ਜੀ। 90s ਤੋਂ ਚੱਲਦਾ ਆ ਰਿਹਾ ਜੀ, ਹਾਲੇ ਵੀ ਹੋਊਗਾ ਜੀ, ਹਾਲੇ ਵੀ ਲੋਕ ਉਸੇ ਤਰੀਕੇ ਉਸੇ ਰਾਹ ਹੀ ਪਹੁੰਚਣਗੇ, ਉਸੇ ਤਰੀਕੇ ਨਾਲ ਹੀ ਕੁੜੀਆਂ ਦੇ ਮੁੰਡੇ ਧੋਖੇ ਦਿੰਦੇ ਰਹਿਣਗੇ। ਸਰਕਾਰ ਕੋਈ ਸਟ੍ਰਿਕਟ ਐਕਸ਼ਨ ਲਊਗੀ ਤੁਹਾਨੂੰ ਲੱਗਦਾ ਇਹਦੇ ਤੇ? ਮੱਕੜ ਸਾਹਿਬ ਕੀ ਕੋਈ ਚੇਂਜਸ ਰੂਲ ਚ ਆ ਸਕਦੇ? ਤੁਹਾਨੂੰ ਤੁਹਾਡੀ ਐਂਟੀਸਪੇਸ਼ਨ ਹੈ ਇਹੋ ਜੀ? ਮੱਕੜ ਸਾਹਿਬ ਸ਼ਾਇਦ, ਸ਼ਿਓਰ ਨਹੀਂ ਕਹਿ ਸਕਦੇ। ਕਾਰਨ ਕੀ ਹੈ, ਇੱਕ ਮੈਟਰੀਮੋਨੀਅਲ ਰੌਲਾ ਗਵਰਨਮੈਂਟ ਬੇਅੰਤ ਕੌਰ ਵੱਲੋਂ ਕੀਤੇ ਗਏ ਮਿਸਰੀਪ੍ਰੈਜ਼ੈਂਟੇਸ਼ਨ ਨੂੰ ਤਾਂ ਮੁੱਦਾ ਬਣਾ ਸਕਦੀ ਆ, ਇੱਕ ਮੀਆਂ ਬੀਵੀ ਦੀ ਲੜਾਈ ਨੂੰ ਮੁੱਦਾ ਨਹੀਂ ਬਣਾ ਸਕਦੀ। ਬਿਲਕੁਲ, ਇੱਕ ਮੀਆਂ ਬੀਵੀ ਦੀ ਲੜਾਈ ਨੂੰ ਮੁੱਦਾ ਨਹੀਂ ਉਹ ਬਣਾ ਸਕਦੀ। ਜਿਵੇਂ ਮਨੀਸ਼ਾ ਗੁਲਾਟੀ ਨੇ ਜਸਟਿਨ ਟਰੂਡੋ ਹੋਣਾ ਨੂੰ ਲਿਖਿਆ, ਫਿਰ ਉਹ ਰਿਪਲਾਈ ਆਇਆ, ਪ੍ਰੈਸ ਕਾਨਫਰੰਸ 'ਚ ਉਹਨਾਂ ਨੂੰ ਸਵਾਲ ਵੀ ਕੀਤਾ ਕਿ ਇਹ ਤਾਂ ਨਹੀਂ ਹੈ ਕਿ ਪੰਜਾਬ ਦੀ ਇੱਕ ਇਮੇਜ ਬਹੁਤ ਖਰਾਬ ਹੋ ਗਈ ਉੱਥੇ, ਕਿ ਜਿੰਨੇ ਇੰਟਰਨੈਸ਼ਨਲ ਸਟੂਡੈਂਟ ਇਦਾਂ ਆ ਰਹੇ ਹੈ, ਉਹ ਕੋਈ ਖਾਸ ਤੌਰ ਤੇ ਫੈਸਲਾ ਲੈ ਲੇ ਸਰਕਾਰ ਕਿ ਇਹਨਾਂ ਨੂੰ ਰੋਕੋ ਹੁਣ, ਜਾਂ ਜੈਨੂਇਨ ਕੇਸਿਸ ਦੇ ਵੀਜ਼ੇ ਨਾ ਲੱਗਣ ਕੱਲ ਨੂੰ? ਮੱਕੜ ਸਾਹਿਬ 90s ਦੀ ਇਮੇਜ ਖਰਾਬ ਆ, ਅਸੀਂ ਬਲੈਕ ਲਿਸਟਡ ਆ। ਜੇ ਤੁਸੀਂ ਮੋਗਾ ਲੁਧਿਆਣਾ ਇਸ ਬੈਲਟ ਦੀ ਗੱਲ ਕਰੋਗੇ ਨਾ, ਅਸੀਂ ਵਿਆਹ ਵਾਲੇ ਕੇਸਾਂ 'ਚ ਬਲੈਕ ਲਿਸਟਡ ਆ। ਅੱਛਾ, ਸਾਡੀਆਂ ਇੰਟਰਵਿਊਜ਼ ਕੀਤੀਆਂ ਜਾਂਦੀਆਂ ਨੇ, ਕੁਝ ਕੇਸ ਇਹੋ ਜਿਹੇ ਵੀ ਫਸੇ ਹੋਏ ਨੇ ਜਿਨ੍ਹਾਂ ਦੇ ਉੱਧਰ ਬੱਚੇ ਵੀ ਹੋ ਗਏ, DNA ਰਿਪੋਰਟਸ ਵੀ ਭੇਜਤੀਆਂ ਹਾਈ ਕਮਿਸ਼ਨ ਨੂੰ ਵੀ ਇਹ ਮੇਰੇ ਹੀ ਬੱਚੇ ਨੇ, ਪਲੀਜ਼ ਮੈਨੂੰ ਵੀਜ਼ਾ ਦੇ ਦਿਓ। ਉਹ ਕਹਿੰਦੇ ਫਰਾਡੂਲੈਂਟ ਮੈਰਿਜ ਆ। ਅੱਛਾ, ਹਾਂਜੀ, 90s ਦੇ ਅਸੀਂ ਬਲੈਕ ਲਿਸਟਡ ਆ, ਅਸੀਂ ਅੱਜ ਨਹੀਂ ਹੋਏ। ਇਹੀ ਬੰਬੇ ਦਾ ਓਪਨ ਵਰਕ ਪਰਮਿਟ ਆਵੇ, ਜਿਹਦਾ ਬੰਬੇ ਦਾ ਪਾਸਪੋਰਟ ਹੋਵੇ ਤੇ ਪੰਜਾਬ ਦਾ ਪਾਸਪੋਰਟ ਹੋਵੇ, ਦੋਨਾਂ ਨੂੰ ਅਲੱਗ ਨਜ਼ਰ ਨਾਲ ਦੇਖਿਆ ਜਾਂਦਾ ਐਮਬੈਸੀ ਦੇ ਵਿੱਚ। ਤਾਂ ਇਸ ਪਾਰਟਿਕੂਲਰ ਕੇਸ ਦੀ ਮੈਂ ਗੱਲ ਕਰ ਰਿਹਾ, ਇਹਦਾ ਅਸਰ ਪਊਗਾ ਹੁਣ ਨੈਗੇਟਿਵ ਜਾਂ ਪੋਜ਼ਿਟਿਵ, ਕੁਝ ਵੀ ਅਸਰ ਕਿਸੇ ਤਰ੍ਹਾਂ ਦਾ ਵੀ? ਦੇਖੋ, ਸਰਕਾਰਾਂ ਲਈ ਕਿਸੇ ਦਾ ਚਲੇ ਜਾਣਾ, ਕਿਸੇ ਦਾ ਜਿਉਣਾ, ਕਿਸੇ ਦਾ ਮਰਨਾ ਬਹੁਤਾ ਅਸਰ ਨਹੀਂ ਕਰਦਾ। ਸਰਕਾਰਾਂ ਸਾਰੇ ਜਗ੍ਹਾ ਦੀਆਂ ਸੇਮ ਹੀ ਹੁੰਦੀਆਂ ਨੇ। ਅਸਰ ਤਾਂ ਉਸ ਪਰਿਵਾਰ ਨੂੰ ਪਿਆ ਜਿਹਦਾ ਤੁਰ ਗਿਆ, ਅਸਰ ਤਾਂ ਉਸ ਪਰਿਵਾਰ ਨੂੰ ਪਿਆ ਜਿਹਨੂੰ ਅੱਜ ਫਾਈਨੈਂਸ਼ੀਅਲੀ ਘਾਟਾ ਪੈ ਗਿਆ, ਜਿਹਨੇ ਆਪਦੀ ਜ਼ਮੀਨ ਵੇਚ ਕੇ ਕੁੜੀ ਨੂੰ ਸੈੱਟ ਕਰਤਾ, ਆਪ ਉਹ ਇੱਧਰ ਰੁਲ ਰਿਹਾ। ਸਰਕਾਰਾਂ ਦਾ ਕੀ ਗਿਆ? ਸਰਕਾਰਾਂ ਦਾ ਕੁਝ ਨਹੀਂ ਗਿਆ। ਸਰਕਾਰਾਂ ਨੇ ਤਾਂ ਓਵਰਆਲ ਆਪਦੇ ਬਜਟ ਨੂੰ ਦੇਖਣਾ ਨਾ ਜੀ। ਸਰਕਾਰਾਂ ਨੇ ਤਾਂ ਇਹ ਦੇਖਣਾ ਵੀ ਸਾਨੂੰ ਲੇਬਰ ਫੋਰਸ ਕਿੰਨੀ ਚਾਹੀਦੀ ਆ। ਸਰਕਾਰਾਂ ਨੇ ਤਾਂ ਇਹ ਦੇਖਣਾ ਸੀ ਲੇਬਰ ਫੋਰਸ ਲੈ ਕਿੱਥੋਂ ਸਕਦੀਆਂ। ਅਸਲ ਦੇ ਵਿੱਚ ਸਾਨੂੰ ਆਪਦਾ ਨੰਗ ਆਪ ਢੱਕਣਾ ਪੈਣਾ ਮੱਕੜ ਸਾਹਿਬ। ਬਿਲਕੁਲ, ਸਾਨੂੰ ਵਰਕਆਊਟ ਆਪ ਕਰਨਾ ਪੈਣਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਦੀ ਪੀੜ੍ਹੀ ਨੂੰ ਥੋੜਾ ਜਿਹਾ ਅਵੇਅਰ ਕਰੀਏ ਇਹਨਾਂ ਚੀਜ਼ਾਂ ਤੋਂ, ਵੀ ਅਸੀਂ ਬਜਾਏ ਇਹਨਾਂ ਚੀਜ਼ਾਂ ਦੇ ਉੱਤੇ ਵਰਕਆਊਟ ਕਰਨ ਦੇ ਵੀ ਅਸੀਂ ਕਿਸੇ ਨੂੰ ਜ਼ਰੀਆ ਬਣਾ ਕੇ ਕੈਨੇਡਾ ਪਹੁੰਚ ਗਏ, ਅਸੀਂ ਆਪ ਹੀ ਮਿਹਨਤ ਕਰ ਲਈਏ। ਹੁਣ ਦੇ ਹਾਲਾਤ ਕੀ ਨੇ? ਲਗਾਤਾਰ ਇਹ ਚਰਚਾਵਾਂ, ਪਿਛਲੇ ਦਿਨੀ ਇਹ ਗੱਲ ਆਈ ਸੀ ਕਿ ਇੱਕ ਦਿਨ 'ਚ ਤਕਰੀਬਨ 15,000 ਵੀਜ਼ਾ ਜਿਹੜਾ ਉਹ ਰਿਜੈਕਟ ਕਰ ਦਿੱਤਾ ਗਿਆ। ਹੁਣ ਹਾਲਾਤ ਕੀ ਹੈ? ਕਰੋਨਾ ਤੋਂ ਬਾਅਦ ਮਾੜਾ ਮੋਟਾ ਵੀਜ਼ੇ ਲੱਗ ਰਹੇ ਆ, ਜਾ ਰਹੇ ਆ ਲੋਕ? ਮੱਕੜ ਸਾਹਿਬ, ਅੰਕੜੇ ਕਿਸੇ ਕੋਲੇ ਨਹੀਂ ਸਹੀ। ਜੇ ਮੈਂ ਰਿਫਿਊਜ਼ਲ ਰੇਸ਼ੋ ਦੀ ਗੱਲ ਕਰਾਂ, ਜਦੋਂ ਤੁਸੀਂ 100 ਚੋਂ ਪਰਸੈਂਟੇਜ ਕੱਢੋਗੇ ਨਾ, ਕੇਸ ਵਧੀਆ ਅਕੋਰਡਿੰਗ ਟੂ ਹਾਈ ਕਮਿਸ਼ਨ ਸਿਲੈਕਟ ਹੋਇਆ ਹੋਣਾ ਚਾਹੀਦਾ। CIC ਦੀ ਜੋ ਰਿਕੁਆਇਰਮੈਂਟਸ ਨੇ ਉਸ ਹਿਸਾਬ ਨਾਲ ਸਿਲੈਕਸ਼ਨ ਆਫ ਕੋਰਸ, ਸਿਲੈਕਸ਼ਨ ਆਫ ਕਾਲਜ, ਸਿਲੈਕਸ਼ਨ ਆਫ ਕੇਸ, ਸਿਲੈਕਸ਼ਨ ਆਫ ਪ੍ਰੋਫਾਈਲ ਹੋਣੀ ਚਾਹੀਦੀ ਆ। ਜਦੋਂ ਤੁਸੀਂ ਓਵਰਆਲ 100 ਦੇ ਵਿੱਚੋਂ ਪਰਸੈਂਟੇਜ ਕੱਢੋਗੇ, ਆਮ ਜਿੰਨੀ ਹੋਈਆਂ, ਪਰ ਕਿਉਂ ਰੌਲਾ ਪਿਆ? ਰੌਲਾ ਇਸ ਕਰਕੇ ਪਿਆ, ਰਿਫਿਊਜ਼ਲ ਆਈ ਵੱਡੇ ਤਾਦਾਦ ਦੇ ਵਿੱਚ, ਵੀਜ਼ੇ ਘੱਟ ਦਿੱਤੇ, ਜਿੰਨੇ ਰਿਫਿਊਜ਼ ਕਰਨ ਵਾਲੇ ਸੀ ਕੇਸ ਉਹ ਧੜਾਧੜ ਕੱਢਤੇ ਬਾਹਰ।
ਵੀ ਦਿਨ ਦੇ ਵਿੱਚ 10 ਰਿਫਿਊਜ਼ਲਾਂ ਆ ਗਈਆਂ। ਪਰ ਜਦੋਂ ਤੁਸੀਂ ਉਹਨਾਂ ਨੂੰ ਆਖਰ ਤੇ ਆ ਕੇ 100 ਦੇ ਵਿੱਚੋਂ ਅੰਕੜਾ ਕੱਢੋਗੇ ਪਰਸੈਂਟੇਜ ਉੱਥੇ ਜਿਹੀ ਵੈਰੀ ਕਰੂਗੀ। ਕਿਹਾ ਵੀ ਉਹਨਾਂ ਨੇ ਸਿਲੈਕਟ ਆਲ ਕਰ ਲਿਆ ਸਾਰਿਆਂ ਨੂੰ ਤੇ ਸਾਰੇ ਹੀ ਉਹਨਾਂ ਨੇ ਰਿਜੈਕਟ ਕਰ ਦਿੱਤੇ। ਨਹੀਂ ਐਸੀ ਕੋਈ ਗੱਲ ਨਹੀਂ ਹੈ। ਬੜੇ ਹੀ ਧਿਆਨ ਨਾਲ ਅੱਜ ਵੀ ਬਰੀਕ ਸ਼ਾਨ ਨਾਲ ਲਾਇਆ ਹੋਇਆ ਗਵਰਨਮੈਂਟ ਦਾ, ਉਵੇਂ ਹੀ ਜਿਵੇਂ ਪਹਿਲਾਂ ਚੱਲਦਾ ਸੀ ਅੱਜ ਵੀ ਉਹ ਦੇਖ ਰਹੇ ਨੇ ਵੀ ਕਿਹੜਾ ਪ੍ਰੋਫਾਈਲ ਬੋਨਾਫਾਈਡ ਆ, ਕਿਹੜਾ ਪ੍ਰੋਫਾਈਲ ਜਾ ਸਕਦਾ, ਕਿਹੜਾ ਪ੍ਰੋਫਾਈਲ ਸਹੀ ਆ, ਉਹਨੂੰ ਵੀਜ਼ਾ ਅੱਜ ਵੀ ਮਿਲ ਰਿਹਾ। ਜੇ ਰਿਫਿਊਜ਼ਲ ਆ ਵੀ ਰਹੀਆਂ ਨੇ, ਮੇਰੀਆਂ ਵੀ ਆਈਆਂ ਨੇ, ਜੇ ਮੈਂ ਇਹ ਕਹਾਂ ਤਾਂ ਰਿਫਿਊਜ਼ਲ ਉਹਨਾਂ ਦੇ ਵਿੱਚੋਂ ਸਾਨੂੰ ਕਲੀਅਰ ਆ ਵੀ ਇਹ ਕਿਉਂ ਰਿਫਿਊਜ਼ਲ ਆਈਆਂ ਨੇ। ਅਨਐਕਸਪੈਕਟਡ ਨਹੀਂ ਕੁਝ ਹੋ ਰਿਹਾ ਤੁਹਾਡੇ ਨਾਲ, ਅਨਐਕਸਪੈਕਟਡ ਕਿਸੇ ਨਾਲ ਵੀ ਨਹੀਂ ਹੋ ਰਿਹਾ ਮੱਕੜ ਸਾਹਿਬ। ਇਸ ਤਰ੍ਹਾਂ ਨਹੀਂ ਹੋਇਆ ਕਿਸੇ ਦੇ ਬਹੁਤ ਵਧੀਆ ਨੰਬਰ ਹੋਣ, ਆਇਲਸ ਬਹੁਤ ਵਧੀਆ ਸਕੋਰ ਹੋਵੇ, ਐਕਸੈਪਸ਼ਨ ਹੈ, ਚੰਗੀ ਹੋਵੇ, ਐਕਸੈਪਸ਼ਨ ਹੈ। ਜੇ ਮੈਂ ਕਹਿ ਦਿਆਂ ਵੀ 10 ਰਿਫਿਊਜ਼ਲ ਆਈਆਂ ਉਹਦੇ ਵਿੱਚੋਂ ਇੱਕ ਕੇਸ ਇਹ ਜਿਹਾ ਵੀ ਨਾਲ ਨਿਕਲਿਆ ਆ ਆਟੇ ਨਾਲ ਘਾਉਣ ਵੀ ਇਹ ਹੋਣਾ ਨਹੀਂ ਚਾਹੀਦਾ ਸੀ ਰਿਫਿਊਜ਼ ਪਰ ਹੋ ਗਿਆ, ਹੋ ਜਾ ਉਹ ਫਿਰ ਉਸ ਤੋਂ ਬਾਅਦ ਰੀਅਪਲਾਈ ਕਰੋ, ਵੀਜ਼ਾ ਆ ਰਿਹਾ। ਮੈਂ ਰੀਅਪਲਾਈ ਕੀਤੇ ਨੇ, ਵੀਜ਼ਾ ਆ ਰਿਹਾ। ਫਲਾਈਟਸ ਬੰਦ ਨੇ, ਇਹਦਾ ਹੱਲ ਕੀ ਹੈ ਕਿ ਸਟੂਡੈਂਟਸ ਜਾ ਰਹੇ ਆ ਜਾਂ ਵੇਟ ਕਰਨਾ ਪਊਗਾ? ਮੱਕੜ ਸਾਹਿਬ ਜਾ ਰਹੇ ਨੇ, ਪਰ ਮੈਂ ਇਹ ਕਹੂੰਗਾ ਜਿਨ੍ਹਾਂ ਕੋਲੇ ਵੀਜ਼ਾਸ ਨੇ, ਆਨਲਾਈਨ ਪੜ੍ਹਾਈ ਚੱਲ ਰਹੀ ਹੈ, ਪਰ ਚੁੱਪ ਕਰਕੇ ਪੜ੍ਹੋ ਬੈਠ ਕੇ। ਮੈਂ ਮੱਕੜ ਸਾਹਿਬ ਜਦੋਂ AAPs ਆ ਰਹੀਆਂ ਸੀ ਨਾ, ਮੈਂ ਇੱਕ ਵੀਡੀਓ ਪਾਈ ਸੀ ਵੀ ਆਨਲਾਈਨ ਨਾ ਪੜ੍ਹਿਓ ਜਿੰਨਾ ਚਿਰ ਹਜੇ, ਕਿਉਂਕਿ ਪਿਛਲੇ ਲਾਕਡਾਊਨ ਦੀ ਗੱਲ ਹੈ। ਬਿਲਕੁਲ ਵੀ ਨਾ ਹਜੇ ਆਪਾਂ ਨੂੰ ਹਿਸਾਬ ਨਹੀਂ ਹੈ, ਪਤਾ ਨਹੀਂ ਹੈ ਵੀ ਗਵਰਨਮੈਂਟ ਅਗਲੇ ਸਟੈਪ ਕੀ ਚੱਕੂਗੀ, ਕਾਲਜਸ ਦੀ ਰੀਫੰਡ ਪਾਲਿਸੀ ਕੀ ਰਹੂਗੀ, ਕਿਵੇਂ ਹਾਈ ਕਮਿਸ਼ਨ ਰਿਐਕਟ ਕਰੂਗਾ, ਗਵਰਨਮੈਂਟ ਦੀਆਂ ਕੀ ਪਾਲਿਸੀਜ਼ ਹੋਣਗੀਆਂ। ਉਦੋਂ ਅਸੀਂ ਕਹੀ ਗਏ ਪੜ੍ਹ ਲਓ AIP ਤੋਂ ਬਾਅਦ। ਹੁਣ ਜਦੋਂ ਵੀਜ਼ਾ ਉਹਨਾਂ ਦੇ ਕੋਲੇ, ਹੁਣ ਕਹਿ ਰਹੇ ਆ ਵੀ ਪੜ੍ਹੋ ਨਾ, ਭਾਜੋ ਇੱਥੋਂ, ਜਾਓ ਜਲਦੀ ਕੈਨੇਡਾ ਪਹੁੰਚੋ, ਭਾਵੇਂ ਪੁੱਠੇ ਸਿੱਧੇ ਹੋ ਕੇ ਪਹੁੰਚੋ। ਅੱਜ ਮੈਂ ਇਹ ਕਹਿ ਰਿਹਾ ਸਟੂਡੈਂਟਸ ਨੂੰ, ਜੇ ਤੁਹਾਡੇ ਕੋਲੇ ਵੀਜ਼ਾ, ਤੁਹਾਡੇ ਕੋਲੇ ਆਨਲਾਈਨ ਕਲਾਸਿਸ ਚੱਲ ਰਹੀਆਂ, ਆਪਦੇ ਘਰੇ ਬਹਿ ਕੇ ਪੜ੍ਹ ਲਓ। ਜੇ ਤੁਹਾਡਾ ਇੱਕ ਸਮੈਸਟਰ ਲੰਘ ਜਾਊਗਾ, ਮੈਂ ਕਹਿੰਦਾ ਵੀ ਇੱਕ ਬੱਚੇ ਨੂੰ ਕੈਨੇਡਾ ਉਤਰਨ ਸਾਰ ਜੇ ਉਹਨੇ ਆਪਦੀ ਅਕੋਮੋਡੇਸ਼ਨ ਲੱਭ ਕੇ ਰਹਿਣਾ, ਭਾਵੇਂ ਸ਼ੇਅਰਡ ਅਕੋਮੋਡੇਸ਼ਨ 'ਚ ਹੀ ਰਵੇ, $800 ਉਹਨੂੰ ਮਹੀਨੇ ਦਾ ਖਰਚਾ ਆਉਣਾ ਹੀ ਆਉਣਾ। $100-150 ਉਹਨੂੰ ਫੋਨ ਦਾ ਪੈ ਜਾਣਾ, ਮੁੜ ਕੇ ਟਰਾਂਸਪੋਰਟੇਸ਼ਨ, ਮੁੜ ਕੇ ਉਹਨੇ ਗਰੋਸਰੀ ਵੀ ਕਰਨੀ ਆ, ਰੈਂਟ ਵੀ $300 ਦੇਣਾ ਪੈਣਾ, $800 'ਚ ਪੈਂਦਾ। ਜੇ 6 ਮਹੀਨੇ ਉੱਥੇ ਲਾ ਲਏ ਉਹਨੇ, $4800 ਬਚ ਗਿਆ ਉਹਦਾ ਹੈ, ਤੇ ਤੁਹਾਡੀ ਪੜ੍ਹਾਈ ਚੱਲਦੀ ਰਹੀ ਆ। ਬਿਲਕੁਲ ਅੱਜ ਤੁਹਾਨੂੰ ਭੱਜਣ ਦੀ ਲੋੜ ਨਹੀਂ ਹੈ। ਅੱਜ ਸਰਬੀਆ ਦੇ ਵਿੱਚ ਸਾਡੇ ਬੱਚੇ ਫਸ ਗਏ, ਉੱਥੇ ਸਰਬੀਆ ਥਰੂ ਹੋ ਕੇ ਗਏ, ਉਹ ਕਹਿੰਦੇ 7 ਦਿਨ ਕੁਆਰੰਟੀਨ ਹੋਵੋ। ਸਾਊਦੀ ਅਰਬ ਨੇ ਕਰਤਾ ਵੀ 8-10 ਦਿਨ ਇੱਥੇ ਕੁਆਰੰਟੀਨ ਹੋਣਾ ਪਊਗਾ। ਮਤਲਬ ਪੁੱਠੇ ਹੋ ਕੇ ਨਾ ਜਾਓ, ਕਿਤੇ ਵੀ ਕੈਨੇਡਾ 'ਚ ਅੰਧੇਰੀ ਲਾਉਣ ਲੱਗਿਆ ਵੀ ਤੁਹਾਡੇ ਬੱਚਿਆਂ ਦੇ ਵਿੱਚ ਨਾ ਭੈ ਪੈ ਗਿਆ ਇੱਕ ਮੱਕੜ ਸਾਹਿਬ। ਉਹਨਾਂ ਨੂੰ ਇਹ ਲੱਗਦਾ ਪਾ ਵੀ ਦਿੱਤਾ, ਸ਼ਾਇਦ ਡਰ ਦਾ ਬਿਜ਼ਨਸ ਹੈ। ਬਹੁਤ ਸਾਰੀਆਂ ਗੱਲਾਂ, ਕਈ ਐਸੇ ਬੰਦੇ ਸੀ ਜਿਨ੍ਹਾਂ ਨੇ ਬਹੁਤ ਉਹੋ ਜਿਹੀਆਂ ਗੱਲਾਂ ਕੀਤੀਆਂ ਜੋ ਫੈਕਚੁਅਲ ਨਹੀਂ ਸੀ। ਮੈਂ ਕਹਿੰਦਾ ਜੀ ਇਹ ਤਾਂ ਬਿਜ਼ਨਸ ਹੀ ਸਾਡਾ ਬਣ ਗਿਆ ਨਾ, ਵੀ ਡਰਾਓ ਲੋਕਾਂ ਨੂੰ। ਮੇਰੇ ਕੋਲੇ ਕੋਈ ਬੰਦਾ ਰਿਫਿਊਜ਼ ਹੋ ਕੇ ਆਊਗਾ ਨਾ, ਜਾਂ ਬਿਨਾਂ ਰਿਫਿਊਜ਼ਲ ਤੋਂ ਵੀ ਆ ਜਾਵੇ, ਉਹ ਤੁਹਾਡੇ ਕੋਲੇ ਪਹਿਲਾਂ ਗਿਆ ਸੀ, ਜਦੋਂ ਉਹ ਮੇਰੇ ਕੋਲੇ ਆ ਗਿਆ, ਮੈਂ ਉਹਨੂੰ ਇੰਨਾ ਕੁ ਡਰਾਉਣਾ, ਮੈਂ ਉਹਨੂੰ ਇਸ ਤਰੀਕੇ ਨਾਲ ਉਹਦੇ ਅੰਦਰ ਟੈਰਰ ਬਿਠਾਉਣਾ, ਕਿਉਂਕਿ ਕੈਨੇਡਾ ਹੁਣ ਇਮੋਸ਼ਨਸ ਬਣ ਚੁੱਕੇ ਨੇ। ਕੈਨੇਡਾ ਕੱਲੀ ਕੰਟਰੀ ਨਹੀਂ ਰਹਿ ਗਈ ਪੰਜਾਬੀਆਂ ਲਈ, ਕੈਨੇਡਾ ਤਾਂ ਉਹਨਾਂ ਦੇ ਲਈ ਇੱਕ ਇਹ ਚੀਜ਼ ਆ ਵੀ ਇੱਥੇ ਪਹੁੰਚ ਜਾਈਏ ਤਾਂ ਸਾਡਾ ਗੁਜ਼ਾਰਾ ਨਹੀਂ, ਫਿਰ ਗੁਜ਼ਾਰਾ ਨਹੀਂ ਸਾਡਾ, ਨਹੀਂ ਅਸੀਂ ਫੇਲ ਹਾਂ ਜ਼ਿੰਦਗੀ ਦੇ ਵਿੱਚ। ਇਹ ਚੀਜ਼ ਬਣ ਗਈ ਮਾਂ ਪਿਓ ਲਈ ਵੀ ਤੇ ਬੱਚਿਆਂ ਲਈ ਵੀ। ਚਲੋ ਇੱਕ ਫੈਕਟ ਵੀ ਆ ਵੀ ਬੱਚਿਆਂ ਨੂੰ ਅੱਗੇ ਕੁਝ ਨਹੀਂ ਦਿਸ ਰਿਹਾ ਇੱਥੇ, ਉਹ ਕਹਿੰਦੇ ਵੀ ਉੱਥੇ ਚੱਲ ਯਾਰ ਐਟਲੀਸਟ ਕੁਝ ਵੀ ਕਰਾਂਗੇ, ਸੈਟਲ ਤਾਂ ਹੋ ਜਾਵਾਂਗੇ, ਵਧੀਆ ਰੋਟੀ ਤਾਂ ਖਾਵਾਂਗੇ, ਚੰਗੇ ਐਨਵਾਇਰਨਮੈਂਟ 'ਚ ਤਾਂ ਰਹਾਂਗੇ। ਪਰ ਡਰਨ ਦੀ ਲੋੜ ਨਹੀਂ ਹੈ, ਪੈਨਿਕ ਹੋਣ ਦੀ ਲੋੜ ਨਹੀਂ ਹੈ। ਗਵਰਨਮੈਂਟ ਨੂੰ ਵੀ ਓਨੀ ਹੀ ਲੋੜ ਆ ਕੈਨੇਡੀਅਨ ਨੂੰ ਜਿੰਨੀ ਤੁਹਾਨੂੰ ਕੈਨੇਡਾ ਦੀ ਲੋੜ ਆ। ਉਹਨਾਂ ਨੇ ਤੁਹਾਨੂੰ ਲੈ ਕੇ ਜਾਣਾ। ਜਦੋਂ ਤੁਹਾਡੇ ਹੱਥ ਦੇ ਵਿੱਚ ਵੀਜ਼ਾ ਸਟੈਂਪਡ ਆ, ਜੇ ਉਹ ਤੁਹਾਨੂੰ ਕਹਿੰਦੇ ਆਨਲਾਈਨ ਪੜ੍ਹ ਲਓ। ਜੇ 6 ਮਹੀਨੇ ਇੱਥੇ ਰੁਕਣਾ ਪੈ ਜਾਊਗਾ, ਕਿੱਡੀ ਕੁ ਪ੍ਰੋਬਲਮ ਆ? 6 ਮਹੀਨੇ ਰੁਕ ਕੇ ਚਲੇ ਜਾਓ, ਨਾਲੇ ਤਾਂ ਤੁਹਾਡੇ 4 ਪੈਸੇ ਬਚ ਜਾਣਗੇ। ਟਿਕਟਾਂ ਅੱਜ ਕੱਲ੍ਹ ਤੁਸੀਂ 3-4 ਥਾਈਂ ਹੋ ਕੇ ਜਾਂਦੇ ਹੋ, ਡਾਇਰੈਕਟ ਚੱਲ ਪੈਣੀਆਂ, ਮਹੀਨਾ ਲੇਟ ਚੱਲ ਪੈਣਗੀਆਂ। ਸੋ ਰੁਕਣਾ ਚਾਹੀਦਾ। ਇਹ ਜਿਹੜੀਆਂ ਗੱਲਾਂ ਹੁੰਦੀਆਂ 2.5 ਲੱਖ 'ਚ ਪਹੁੰਚ ਜਾਓ ਕੈਨੇਡਾ, ਬੈਂਡ ਜਿਹੜੇ ਆ ਉਹ 4.5-5 ਬੈਂਡ ਵਾਲਿਆਂ ਦਾ ਵੀ 5 ਬੈਂਡ ਦਾ ਤਾਂ ਬਹੁਤ ਹੋ ਰਿਹਾ ਵੀ 5 ਬੈਂਡ ਆ ਤਾਂ ਆ ਜਾਓ ਵੀਜ਼ਾ ਲੱਗ ਜਾਊਗਾ। ਪੋਸੀਬਿਲਿਟੀ ਹੁੰਦੀ ਹੈ, ਲੱਗ ਜਾਂਦੇ। ਮੱਕੜ ਸਾਹਿਬ ਅਸਲ ਦੇ ਵਿੱਚ ਨਾ ਇਸ ਚੀਜ਼ ਦੇ ਬਾਰੇ ਨਾ, ਮਤਲਬ ਮੈਂ ਤਾਂ ਇਹਨਾਂ ਨੂੰ ਇਹ ਕਹਿੰਦਾ ਵੀ ਅਸਲ ਦੇ ਵਿੱਚ ਇਹ ਚੀਜ਼ ਬੇਸਲੈਸ ਹੀ ਹੋ ਸਕਦੀ ਆ। ਇਹਨੂੰ ਬੇਸਲੈਸ ਟਾਕਸ ਕਹਿ ਸਕਦੇ ਆਪਾਂ, ਇਹਨਾਂ ਦਾ ਕੋਈ ਬੇਸ ਹੀ ਨਹੀਂ ਹੈ। ਕਿਉਂਕਿ ਇਹ ਤਾਂ ਮੇਰੇ ਹਿਸਾਬ ਨਾਲ ਅੱਜ ਜੇ ਅਸੀਂ ਪਿੰਡ ਕਿਸੇ ਵੜ ਜਾਈਏ ਨਾ, ਤੁਸੀਂ ਤਾਂ ਜਾਂਦੇ ਰਹਿੰਦੇ ਹੋ ਮੇਰੇ ਨਾਲ ਜ਼ਿਆਦਾ, ਤੁਸੀਂ ਕਿਸੇ ਪਿੰਡ ਹੀ ਵੜ ਜਾਓ ਜਾ ਕੇ ਤੇ ਬੋਰਡ ਥੱਲੇ ਬੈਠੇ ਕਿਸੇ ਬਾਬੇ ਨੂੰ ਪੁੱਛ ਲਓ ਨਾ ਵੀ ਕੈਨੇਡਾ ਜੇ ਸਟੂਡੈਂਟ ਵੀਜ਼ੇ ਤੇ ਆਪਦੀ ਤੁਸੀਂ ਕੋਈ ਕੁੜੀ ਭੇਜਣੀ ਹੈ ਜਾਂ ਮੁੰਡਾ ਭੇਜਣਾ, ਉਹਦਾ ਕਿੰਨਾ ਕੁ ਖਰਚਾ ਆ ਜਾਊ, ਉਹ ਤੁਹਾਨੂੰ ਦੱਸ ਦੂ ਵੀ ਭਾਈ 10 ਤੋਂ ਲੈ ਕੇ 12-13 ਲੱਖ ਦੇ ਵਿਚਕਾਰ ਨੂੰ ਖਰਚਾ ਆਉਣਾ। ਦਿੱਤੀਆਂ ਕਿਉਂ ਜਾਂਦੀਆਂ ਭਾਜੀ? ਅਟਰੈਕਟਿਵ ਐਡਵਰਟਾਈਜ਼ਮੈਂਟ ਵੀ ਤੁਸੀਂ ਸਾਡੇ ਕੋਲੇ ਪਹੁੰਚੋ। ਦੇਖੋ ਭਾਜੀ, ਜਿਹੜੇ ਕਿਸੇ ਕਸਟਮਰ ਫਸ ਜਾਂਦਾ, ਜਿਹੜਾ ਇਹ ਪੜ੍ਹ ਕੇ ਆਇਆ ਵੀ 2.5 ਲੱਖ 'ਚ ਜਾਓ ਕੈਨੇਡਾ, ਇਵੈਂਚੁਅਲੀ ਤੁਹਾਡੇ ਨਾਲ ਮੈਂ ਟੇਬਲ ਤੇ ਬੈਠਾ, ਇੱਥੇ ਆ ਕੇ ਮੈਂ ਜਦੋਂ ਗੱਲ ਕਰੂੰ ਤੁਸੀਂ ਕਹੋਗੇ ਨਹੀਂ 12 ਲੱਖ ਹੀ ਲੱਗੂਗਾ, ਮੈਂ ਕਹੂੰਗਾ 2.5 ਲੱਖ ਦੀ ਗੱਲ ਕੀਤੀ ਸੀ ਤੁਸੀਂ, ਉਸ ਤੋਂ ਬਾਅਦ ਵੀ ਬੰਦਾ ਜਾ ਕੇ ਉੱਥੇ ਵੀਜ਼ਾ। ਹੁਣ ਇਹ ਤਾਂ ਇਸ ਚੀਜ਼ ਦੇ ਉੱਤੇ ਆਪਾਂ ਨੂੰ ਮੇਰੇ ਹਿਸਾਬ ਨਾਲ ਸਟਿੰਗ ਕਰਨਾ ਪੈਣਾ ਵੀ ਆਪਾਂ ਜਾਈਏ ਬਣ ਕੇ ਵੀ ਅਸਲ ਵਿੱਚ ਕਹਿੰਦੇ ਕੀ ਆ, ਕਿੰਨਾ ਕੁ ਉਹਨਾਂ 'ਚ ਇਹ ਜੋ ਕੁਆਲਿਟੀ ਮਹਾਰਾਜ ਨੇ ਅਲੱਗ ਕਿਸਮ ਦੀ ਸੇਲਸ ਦੀ ਕੁਆਲਿਟੀ ਭਰੀ ਹੋਈ ਆ ਵੀ ਉਹ 2.5 ਨੂੰ 12 'ਚ ਤਬਦੀਲ ਕਿਵੇਂ ਕਰਦੇ ਨੇ ਬਾਅਦ 'ਚ ਜਾ ਕੇ।
ਇਹ ਤਾਂ ਉਹੀ ਦੱਸ ਸਕਦੇ ਨੇ, ਬੜੇ ਇੰਟੈਲੀਜੈਂਟ ਲੋਕ ਨੇ ਉਹ। ਮੈਂ ਤਾਂ ਇਹ ਕਹਿੰਦਾ ਹੁੰਦਾ, ਮੈਂ ਤਾਂ ਉਹਨਾਂ ਨੂੰ ਬੜਾ ਐਪਰੀਸ਼ੀਏਟ ਕਰਦਾ ਵੀ ਮਹਾਰਾਜ ਨੇ ਕੈਸੀ ਉਹਨਾਂ ਨੂੰ ਬੁੱਧੀ ਬਖਸ਼ੀ ਆ ਵੀ ਸਾਨੂੰ ਤਾਂ ਸੱਚ ਬੋਲ ਕੇ ਵੀ ਕਲਾਇੰਟ 20 ਗੱਲਾਂ ਕਰਦੇ ਨੇ, ਤੇ ਉਹ ਜੇ ਐਡਾ ਵੱਡਾ ਝੂਠ ਬੋਲਦੇ ਹੋਣਗੇ 2.5 ਤੋਂ 12 ਕਰਦੇ ਹੋਣਗੇ, ਕਿਉਂਕਿ ਹੋਰ ਤਾਂ ਹੱਲ ਹੀ ਕੋਈ ਨਹੀਂ ਮੱਕੜ ਸਾਹਿਬ। ਕਿਸੇ ਵੀ ਕਾਲਜ ਦੀ ਫੀਸ ਜੇ ਮੈਂ ਮਿਨੀਮਮ ਤੋਂ ਮਿਨੀਮਮ ਵੀ ਚੱਕਾਂ 8 ਤੋਂ ਲੈ ਕੇ 10,000 ਡਾਲਰ ਤਾਂ ਹੈ ਹੀ ਹੈ ਨਾ, 4.5 ਲੱਖ ਤਾਂ ਉਹ ਹੀ ਬਣ ਗਈ। GIC 5 ਲੱਖ ਤੁਹਾਨੂੰ ਭਰਨਾ ਹੀ ਪੈਣਾ ਹੈ ਜੀ, ਤੇ ਜੇ ਉਹ 8 5 13 ਲੱਖ ਤਾਂ ਹੋ ਗਿਆ ਜੀ ਕਿਸੇ ਵੀ ਤਰੀਕੇ ਨਾਲ। ਤੇ ਜੇ ਉਹ 2.5 ਨੂੰ ਫਿਰ 12 ਦੇ ਵਿੱਚ ਤਬਦੀਲ ਕਿਵੇਂ ਕਰਦੇ ਹੋਣਗੇ ਤਾਂ ਉਹੀ ਦੱਸ ਸਕਦੇ ਨੇ। ਪਰ ਹੁਣ ਮੇਰੇ ਹਿਸਾਬ ਦੇ ਨਾਲ ਲੋਕ ਪਿਛਲੇ 2 ਸਾਲਾਂ ਦੇ ਵਿੱਚ ਅਵੇਅਰ ਬਹੁਤ ਹੋਏ ਨੇ, ਲੋਕਾਂ ਨੇ ਸੁਣਨਾ ਸ਼ੁਰੂ ਕੀਤਾ, ਲੋਕਾਂ ਨੇ ਪਰਖਣਾ ਸ਼ੁਰੂ ਕੀਤਾ। ਪਹਿਲਾਂ ਥੋੜੀ ਜਿਹੀ ਸਾਡੇ ਜਿਹੜੇ ਸਰੋਤੇ ਸੀ ਸਾਡੇ ਪੰਜਾਬੀ ਥੋੜੇ ਜਿਹੇ ਮਾੜੇ ਨੇ, ਕਿਸੇ ਵੀ ਚੀਜ਼ ਨੂੰ ਸੁਣਦੇ ਘੱਟ ਨੇ, ਉਹਨਾਂ ਦੀ ਫੋਕਸ ਇਸ ਚੀਜ਼ ਤੇ ਰਹਿੰਦਾ ਵੀ ਕੁਝ ਵੀ ਐਕਸ਼ਨ ਹੋ ਜਾਏ ਜਲਦੀ, ਸੁਣੀਏ ਨਾ ਪਹਿਲਾਂ। ਜੇ ਵੀਜ਼ੇ ਦੀ ਗੱਲ ਹੋ ਰਹੀ ਹੈ ਤਾਂ ਵੀਜ਼ਾ ਮਿਲ ਜਾਵੇ, ਪਰ ਉਹਦਾ ਜਿਹੜਾ ਪ੍ਰੋਸੈਸ ਆ ਉਹ ਸਾਨੂੰ ਨਾ ਦੱਸੋ, ਪਰ ਪ੍ਰੋਸੈਸ ਸਮਝਣਾ ਪਊਗਾ। ਅੱਜ ਉਹਨਾਂ ਨੂੰ ਪਤਾ ਲੱਗ ਗਿਆ। ਨਹੀਂ ਲੱਗਦਾ ਜਿਹੜੇ 2-2 ਕਮਰਿਆਂ ਵਾਲੇ ਕਾਲਜ ਉਧਰ ਖੋਲ ਲਏ ਸੀ ਜਿਨ੍ਹਾਂ ਨੇ ਏਜੰਟਾਂ ਨੇ ਆਪਦੇ ਕਾਲਜ ਲੈ ਕੇ ਉਧਰ 2-2 ਕਮਰਿਆਂ ਵਾਲੇ, ਤੇ ਬਾਅਦ ਚ ਬਹੁਤ ਕੁਝ ਕੀਤਾ, ਕੋਈ ਕਾਗਜ਼ਾਂ 'ਚ ਹੇਰਾਫੇਰੀ ਕਰ ਗਏ, ਉਸ ਗੱਲ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਕੀ ਕੈਨੇਡਾ ਦੀ ਸਰਕਾਰ ਨੂੰ ਵੀ ਉਹ ਅਵੇਅਰ ਹੋਗੀ? ਕਈ ਪਿੱਛੇ ਜੇ ਗੱਲ ਆਈ ਸੀ ਕੁਝ ਕਾਲਜਸ ਜਿਹੜੇ ਆ ਉਹ ਕਿਊਬਿਕ ਦੇ ਉਹ ਬੈਨ ਤੱਕ ਕਰਤੇ ਉੱਥੇ। ਉਹ ਜਿਹੜੇ ਕਿਊਬਿਕ ਵਾਲੇ ਕਾਲਜਸ ਦੀ ਮੱਕੜ ਸਾਹਿਬ ਗੱਲ ਸੀਗੀ, ਉਹ ਅਸਲ ਦੇ ਵਿੱਚ ਬੈਨ ਨਹੀਂ ਹੋਏ ਸੀ, ਉਹਨਾਂ ਦੀ ਆਡਿਟ ਨਿਕਲੀ ਸੀ। ਗਵਰਨਮੈਂਟ ਕਹਿੰਦੀ ਸੀ ਵੀ ਅਸੀਂ ਤੁਹਾਡੀ ਐਜੂਕੇਸ਼ਨਲ ਕੁਆਲਿਟੀ ਚੈੱਕ ਕਰਨੀ ਚਾਹੁੰਦੇ ਹਾਂ, ਸਾਨੂੰ ਕੀ ਤੁਹਾਡੀ ਕੈਨੇਡੀਅਨ ਜੋ ਸਾਡਾ ਇੱਕ ਪੈਰਾਮੀਟਰ ਹੈਗਾ ਉਹਦੇ ਤੁਸੀਂ ਖਰੇ ਉਤਰਦੇ ਹੋ। ਉਹਦੀ ਜੱਜਮੈਂਟ ਲਈ ਉਹਨਾਂ ਨੇ ਰੱਖਿਆ ਸੀ, ਉਹਨਾਂ ਨੂੰ ਕਲੀਅਰ ਕਰਦਾ। ਉਹਦੇ ਵਿੱਚੋਂ ਆਲਮੋਸਟ 10 ਦੇ 10 ਕਾਲਜ ਕਲੀਅਰ ਨੇ, ਉਹਨਾਂ ਦੇ ਰਿਜ਼ਲਟਸ ਆ ਰਹੇ ਨੇ, ਹਜੇ ਬਹੁਤ ਸਲੋ ਨੇ ਪਰ ਆ ਰਹੇ ਨੇ। ਜਿੱਥੋਂ ਤੱਕ ਆਪਾਂ ਗੱਲ ਕਰਾਂਗੇ ਪ੍ਰਾਈਵੇਟ ਕਾਲਜਸ ਜਿਹੜੇ ਆਪ ਖੋਲੇ ਗਏ ਸੀ 2-2 4-4 ਕਮਰਿਆਂ ਵਾਲੇ, ਤੁਸੀਂ ਫ੍ਰੀ ਆ, ਤੁਸੀਂ ਉੱਥੇ ਦਾ ਪਰਮਾਨੈਂਟ ਰੈਜ਼ੀਡੈਂਟ ਆ ਜਾਂ ਬਾਹਰਲਾ ਕੋਈ ਬੰਦਾ ਜਾ ਕੇ ਆਪਦਾ ਕਾਲਜ ਖੋਲ ਸਕਦਾ। ਪਰ ਗੱਲ ਇੱਕ ਇਹ ਆ ਜਾਂਦੀ ਹੈ ਮੱਕੜ ਸਾਹਿਬ ਵੀ ਕੀ ਤੁਸੀਂ ਉਹ ਚੀਜ਼ ਵੇਚਣੀ ਹੈ, ਕੀ ਤੁਸੀਂ ਜੋ ਵੇਚ ਰਹੇ ਹੋ ਉਹ ਵਰਥ ਇਟ ਆ? ਉਹ ਹੁਣ ਤੁਹਾਡੇ ਐਥਿਕਸ ਨੇ ਜਦੋਂ ਤੁਸੀਂ ਕੰਮ ਕਰਦੇ ਹੋ। ਹੁਣ ਇੱਕ ਜ਼ਿਮੀਂਦਾਰ ਪਰਿਵਾਰ ਦੀ ਜੇ ਮੈਂ ਗੱਲ ਕਰਾਂ, ਜੇ ਤੁਸੀਂ ਉਹਦੇ ਨਾਲ 14 ਲੱਖ ਦਾ ਪੈਕੇਜ ਕਰ ਲਿਆ ਤੇ 14 ਲੱਖ ਦੇ ਵਿੱਚ ਤੁਸੀਂ ਸਿਰਫ ਉਹਨੂੰ ਕੈਨੇਡਾ ਦਾ ਵੀਜ਼ਾ ਦਿੱਤਾ, ਤੇ ਮੈਂ ਇਹ ਕਹਿੰਦਾ ਨਾ ਵੀ ਕੈਨੇਡਾ ਦਾ ਵੀਜ਼ਾ ਤਾਂ ਸਟਿੱਕਰ ਹੈ, ਇੱਕ ਟਰੈਵਲਿੰਗ ਡਾਕੂਮੈਂਟ ਆ। ਜਿੱਦਣ ਤੁਸੀਂ 에ਅਰਪੋਰਟ ਤੇ ਉਤਰ ਗਏ ਦੀ ਵੈਲਿਊ 0 ਆ। 14 ਲੱਖ 'ਚ ਤੁਹਾਨੂੰ ਉਹੀ ਮਿਲਿਆ। ਹੁਣ ਉਦੋਂ ਬਾਅਦ ਗੱਲ ਉੱਥੇ ਹੀ ਖੜੀ ਆ, ਪਨਾਲਾ ਉੱਥੇ ਦਾ ਉੱਥੇ ਹੀ ਆ। ਹੁਣ ਜਾ ਕੇ ਇਹ ਵੀ ਲੱਭਣਾ ਵੀ ਕਿਹੜੇ SDS ਅੰਡਰ ਕਾਲਜ ਕੋਲੇ ਜਾਣਾ ਮੈਂ, ਜਿੱਥੇ ਜਾ ਕੇ ਮੈਂ ਪੜ੍ਹਾਈ ਕਰਦੀ ਹਾਂ। ਹੁਣ ਉਸ ਕਾਲਜ ਦੀ ਫੀਸ ਵੀ ਦੁਬਾਰੇ ਬਾਪੂ ਤੋਂ ਮੰਗਾਉਣੀ ਆ, ਬਾਪੂ ਕੋਲੇ ਪੈਸੇ ਵੀ ਹੈ ਨਹੀਂ, ਕਿਉਂਕਿ 14 ਲੱਖ ਦਾ 14 ਲੱਖ ਤਾਂ ਦੇਤਾ ਅਸੀਂ ਜੋ ਅਸੀਂ ਜੋੜਿਆ ਸੀ। ਹਾਲਾਂਕਿ 14 ਲੱਖ ਮੇਰੇ ਹਿਸਾਬ ਦੇ ਨਾਲ GIC ਭਰ ਕੇ, ਇੱਕ ਚੰਗੇ ਕਾਲਜ ਦੀ ਫੀਸ ਭਰ ਕੇ, 1 ਸਾਲ ਦਾ ਜਿਹੜਾ ਖਰਚਾ ਕੈਨੇਡੀਅਨ ਗਵਰਨਮੈਂਟ ਨੇ ਕਿਹਾ ਉਹਦੇ ਵਿੱਚ 에ਅਰ ਟਿਕਟ ਸਾਰਾ ਕੁਝ ਮਿਲਾ ਕੇ ਵੀ 14 ਲੱਖ ਦੇ ਵਿੱਚ ਤੁਸੀਂ ਕੈਨੇਡਾ ਵਧੀਆ ਤਰੀਕੇ ਨਾਲ ਪਹੁੰਚ ਸਕਦੇ ਹੋ। ਪਰ ਕਾਰਨ ਕੀ ਸੀ? ਜਦੋਂ ਅਸੀਂ ਅਟਰੈਕਟਿਵ ਐਡਵਰਟੀਜ਼ਮੈਂਟਸ ਦੇ ਪਿੱਛੇ ਭੱਜ ਲਏ ਸੀ ਨਾ, ਪੈਸੇ ਬਾਅਦ ਚੋਂ, ਪੈਸੇ ਪਹਿਲਾਂ, ਪੈਸੇ ਮਗਰੋਂ, ਲੈਪਟਾਪ ਲੈ ਲਓ, 에ਅਰ ਟਿਕਟ ਲੈ ਲਓ, ਆਫਰ ਲੈਟਰ ਫ੍ਰੀ। ਜਦੋਂ ਤੁਹਾਨੂੰ ਕੋਈ ਬੰਦਾ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ, ਤਾਂ ਉਦੋਂ ਸਮਝਣੀ ਇਹ ਚੀਜ਼ ਹੁੰਦੀ ਹੈ ਵੀ ਕਿਹੜੀ ਚੀਜ਼ ਤੋਂ ਡਿਸਟਰੈਕਟ ਕਰ ਰਿਹਾ। ਬ੍ਰਾਂਡ ਵਾਲੇ ਤਾਂ 20 ਲੱਖ ਰੁਪਇਆ ਲੈ ਰਹੇ ਉਸੇ ਚੀਜ਼ ਦਾ। ਹੁਣ ਸਾਨੂੰ ਇਹ ਪੈਕੇਜ ਕਰ ਲਓ 20-25 ਲੱਖ ਰੁਪਏ ਲੈ ਰਹੇ ਨੇ। ਹੁਣ ਸਮਝ ਗੱਲ ਤਾਂ ਇਹੀ ਹੈ ਨਾ ਵੀ ਸਾਨੂੰ ਸਮਝਣ ਤੇ ਇਹ ਚੀਜ਼ ਪਊਗੀ ਨਾ, ਵੇਚਣ ਵਾਲਾ ਤਾਂ ਵੇਚ ਰਿਹਾ, ਉਹ ਤੁਹਾਨੂੰ ਘਰੋਂ ਤਾਂ ਨਹੀਂ ਲੈ ਕੇ ਜਾ ਰਿਹਾ, ਨਾ ਹੀ ਉਹ ਤੁਹਾਨੂੰ ਗਨ ਪੁਆਇੰਟ ਤੇ ਚੀਜ਼ ਵੇਚ ਰਿਹਾ, ਉਹ ਆਪਦੀ ਕਾਉਂਸਲਿੰਗ ਨਾਲ ਵੇਚ ਰਿਹਾ। ਪਰ ਸਾਨੂੰ ਅਵੇਅਰ ਕਿਹਨੂੰ ਹੋਣਾ ਪਊਗਾ? ਕਲਾਇੰਟ ਨੂੰ, ਜਿਹਨੇ ਖਰੀਦਣਾ ਵੀ ਕਿਹੜੀ ਚੀਜ਼ ਖਰੀਦਣੀ ਆ। ਹੁਣ ਵਿਕ ਤਾਂ ਸਾਰਾ ਕੁਝ ਹੀ ਰਿਹਾ ਨਾ ਜੀ ਬਾਜ਼ਾਰ 'ਚ, ਤਾਂ ਅਵੇਅਰ ਕਿਹਨੂੰ? ਆਪਾਂ ਕਿਹਨੂੰ ਅਵੇਅਰ ਕਰਨਾ? ਕਲਾਇੰਟ ਨੂੰ। ਤੁਸੀਂ ਕਿਹਨੂੰ ਖੁਸ਼ ਹੋ ਜਾਂਦਾ ਨਾ, ਉਹ ਸੋਚਦਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਨੇ, ਉਹ 20 ਲੱਖ 25 ਲੱਖ ਦੇ ਜਾਂਦਾ ਜਾਂ ਪਰ ਉਹਦੀ ਵੈਲਿਊ ਪ੍ਰੋਮਿਸ ਕਰ ਦਿੰਦਾ। ਹਾਂ ਉਹ ਠੀਕ ਆ, ਪਰ ਵੈਲਿਊ ਤਾਂ ਦੇਖਣੀ ਪਊਗੀ ਨਾ ਵੀ ਉਹ 25 ਲੱਖ ਦੀ ਵੈਲਿਊ ਕੀ ਨਿਕਲਦੀ ਐਂਡ ਤੇ। ਵੀ ਮੈਨੂੰ ਇਹ ਤਾਂ ਪੁੱਛਣਾ ਪਊਗਾ ਨਾ ਵੀ ਭਾਈ ਕਿਹੜਾ ਕਾਲਜ। ਅਸਲ ਦੇ ਵਿੱਚ ਮੱਕੜ ਸਾਹਿਬ ਉਹ ਜਿਹੜਾ ਆਫਟਰ ਵੀਜ਼ਾ ਪੈਕੇਜ ਸੀ ਨਾ, ਉਹ ਬੋਲਣ ਦਾ ਅਧਿਕਾਰ ਖੋਣਾ ਵੀ ਸੀ। ਵੀ ਮੱਕੜ ਸਾਹਿਬ ਤੁਸੀਂ ਮੈਨੂੰ ਹਜੇ ਤੱਕ ਦੀਵਾਨੀ ਨਹੀਂ ਦਿੱਤੀ, ਤੁਸੀਂ ਮੇਰੇ ਤੋਂ ਇਹ ਨਹੀਂ ਪੁੱਛ ਸਕਦੇ ਕਾਲਜ ਕਿਹੜਾ, ਤੁਸੀਂ ਮੇਰੇ ਤੋਂ ਇਹ ਨਹੀਂ ਪੁੱਛ ਸਕਦੇ ਆਫਰ ਲੈਟਰ ਕਦੋਂ ਆਊਗੀ, ਤੁਸੀਂ ਮੇਰੇ ਤੋਂ ਇਹ ਨਹੀਂ ਪੁੱਛ ਸਕਦੇ ਕੀ ਵਰਕ ਪਰਮਿਟ ਮਿਲੂਗਾ। ਮੈਂ ਤੇਰੇ ਤੋਂ ਦੀਵਾਨੀ ਨਹੀਂ ਲਈ, ਵੀਜ਼ਾ ਦਊਂਗਾ, ਵੀਜ਼ਾ ਦੇਖ ਕੇ ਤੂੰ ਖੁਸ਼ ਹੋ ਜਾਣਾ, ਫਿਰ ਤੂੰ ਮੈਨੂੰ ਪੈਸੇ ਦੇ ਦੇਣੇ ਆ। ਤੇ ਉਦੋਂ ਬਾਅਦ ਜਾ ਕੇ ਉੱਥੇ ਫਿਰ ਰੋਣਾ ਸ਼ੁਰੂ। ਜਦੋਂ ਕੈਨੇਡਾ ਉਤਰ ਗਏ, ਉਹ ਕਾਲਜ ਪਤਾ ਲੱਗਦਾ, ਕਾਲਜ ਉਹੀ 2 ਕਮਰਿਆਂ ਵਾਲਾ ਕਾਲਜ ਹੋਵੇ ਜਾਂ ਨਾ ਹੋਵੇ, ਫਿਰ ਅੱਖਾਂ ਖੁੱਲਦੀਆਂ। ਉੱਥੇ ਜਾ ਕੇ ਫੀਸ ਭਰੀ ਕਿ ਨਹੀਂ ਭਰੀ, ਉਹ ਉਧਰ ਵੀ 25 ਲੱਖ ਦੇਤਾ, ਕਾਲਜ 6 ਮਹੀਨਿਆਂ ਬਾਅਦ ਦੁਬਾਰਾ ਕਹਿੰਦਾ ਲਿਆਓ ਪੈਸੇ ਹੋਰ, ਨਹੀਂ ਤਾਂ ਡਿਪੋਰਟ ਕਰਾਵਾਂਗੇ। ਮੈਂ ਤੁਹਾਨੂੰ ਉਹੀ ਕਹਿ ਰਿਹਾ ਵੀ ਫਿਰ ਉਹ ਅੱਖਾਂ ਖੁੱਲਦੀਆਂ ਉੱਥੇ ਪਹੁੰਚ ਕੇ ਵੀ ਆਹ ਕੀ ਹੋ ਗਿਆ, ਆਹ ਕੀ ਵਾਪਰ ਗਿਆ। ਫਿਰ ਉਹ ਜਦੋਂ ਆਪਣੇ ਕੋਲੇ ਆਉਂਦੇ ਨੇ ਜਾਂ ਕਿਸੇ ਵੀ ਹੋਰ ਇਮੀਗ੍ਰੇਸ਼ਨ ਏਜੰਟ ਕੋਲੇ ਜਾਂਦੇ ਨੇ, ਉੱਥੇ ਜਾ ਕੇ ਉਹ ਕਹਿੰਦੇ ਨੇ ਅਸੀਂ ਫਸ ਗਏ ਗਲਤ ਏਜੰਟ ਕੋਲੇ। ਨਹੀਂ ਫਸੇ ਨਹੀਂ, ਤੁਸੀਂ ਆਪ ਗਏ ਆ ਚੱਲ ਕੇ, ਤੁਸੀਂ ਆਪ ਬੈਠ ਕੇ ਉਹਦੇ ਨਾਲ ਟੇਬਲ ਤੇ ਗੱਲ ਕੀਤੀ ਤੇ ਟੇਬਲ ਤੇ ਪੇਮੈਂਟ ਕੀਤੀ ਆ। ਅਗਲੇ ਵੀ ਪਹਿਲਾਂ ਦੱਸੀ ਹੋਈ ਗੱਲ, ਪਹਿਲਾਂ ਪੜੋ ਵਿਚਾਰੋ, ਆਪ ਪੜੋ ਤੇ ਵਿਚਾਰੋ। ਹਾਂ, ਇਹ ਬਾਅਦ ਚ ਰੌਲਾ ਪਾਉਣਾ ਠੱਗ ਗਿਆ ਇਹ ਗਲਤ ਹੈ। ਉਹਦਾ ਕੀ ਫਾਇਦਾ ਜੀ?
ਹੁਣ ਮੁੜ ਕੇ ਤੁਸੀਂ ਵੀ ਬਰਾਬਰ ਦੇ ਓਡੇ ਹੀ ਗੁਨਾਹਗਾਰ ਕਸੂਰਵਾਰ ਹੋ, ਹੋ, ਹਾਂ। ਓਡੇ ਹੀ ਗੁਨਾਹਗਾਰ ਹੋ। ਤੁਸੀਂ ਖਰੀਦੀ ਕਿਉਂ ਮਾੜੀ ਚੀਜ਼? ਤੁਹਾਨੂੰ ਅਗਲੇ ਨੇ ਇਹ ਤਾਂ ਕਿਹਾ ਨਹੀਂ ਵੀ ਭਾਈ ਤੈਨੂੰ ਨਿਕਲ ਨਹੀਂ ਦਿੰਦਾ ਬਾਹਰ, ਖਰੀਦ ਕੇ ਲੈ ਕੇ ਜਾ। ਤੁਹਾਨੂੰ ਅਗਲੇ ਨੇ ਗੱਲ ਸਮਝਾਈ, ਤੁਹਾਨੂੰ ਫਿੱਟ ਬੈਠੀ, ਤੁਸੀਂ ਖਰੀਦ ਲਈ। ਪਰ ਹੁਣ ਇਹ ਟ੍ਰੈਂਡ ਬਣ ਗਿਆ ਨਾ। ਇਹ ਟ੍ਰੈਂਡ ਕਿਹਨਾਂ ਨੇ ਬਣਾਇਆ? ਦੋ ਚੀਜ਼ਾਂ ਨੇ ਬਣਾਇਆ। ਪਹਿਲੇ ਨੰਬਰ ਤੇ ਐਡਵਰਟਾਈਜ਼ਮੈਂਟ, ਦੂਸਰੀ ਚੀਜ਼ ਉਸ ਚੀਜ਼ ਨੂੰ ਖਰੀਦਣ ਵਾਲੇ ਲੋਕਾਂ ਨੇ। ਹੁਣ ਕੋਈ ਵੀ ਬਿਜ਼ਨਸ ਡਿਮਾਂਡ ਐਂਡ ਸਪਲਾਈ ਦਾ ਮੱਕੜ ਸਾਹਿਬ, ਜਿੰਨਾ ਚਿਰ ਕਿਸੇ ਚੀਜ਼ ਦੀ ਡਿਮਾਂਡ ਨਹੀਂ ਉਹਨਾਂ ਚਿਰ ਸਪਲਾਈ ਵੱਧ ਹੀ ਨਹੀਂ ਸਕਦੀ। ਹੁਣ ਆਪਾਂ ਅਕਸਰ ਗੱਲ ਕਰਦੇ ਹਾਂ ਵੀ ਨਸ਼ੇ ਰੋਕੋ, ਨਸ਼ੇ ਰੋਕੋ, ਨਸ਼ੇ ਵੇਚਣ ਵਾਲੇ ਫੜੋ। ਤੁਸੀਂ ਕਿੰਨੇ ਕੁ ਨਸ਼ੇ ਵੇਚਣ ਵਾਲੇ ਫੜ ਲਓਗੇ ਜਿੰਨਾ ਚਿਰ ਤੁਸੀਂ ਨਸ਼ੇ ਕਰਨ ਵਾਲੇ ਨਹੀਂ ਰੋਕ ਰਹੇ? ਜਿੰਨਾ ਚਿਰ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ ਉਹਨੇ ਉਹ ਪੈਦਾ ਕਰ ਲੈਣੀ ਆ, ਤੁਸੀਂ ਰੋਕ ਨਹੀਂ ਸਕਦੇ। ਡਿਮਾਂਡ ਐਂਡ ਸਪਲਾਈ ਦਾ ਬਿਜ਼ਨਸ ਆ ਕੋਈ ਵੀ। ਜਦੋਂ ਤੁਸੀਂ ਚੱਲ ਕੇ ਜਾਓਗੇ, ਜਦੋਂ ਤੁਸੀਂ ਮਾੜੀ ਚੀਜ਼ ਖਰੀਦਣ ਲਈ ਜਾਓਗੇ ਤਾਂ ਉਹ ਵਿਕੂਗੀ ਵੀ। ਫਿਰ ਪਹਿਲਾਂ ਇੱਕ ਦੁਕਾਨ ਸੀ, ਫਿਰ ਉਹ ਜੀਆਂ 10 ਖੋਲਣਗੀਆਂ। ਠੀਕ ਹੈ ਨਾ ਜੀ। ਹੁਣ ਗੱਲ ਸਾਨੂੰ ਅਵੇਅਰ ਹੋਣਾ ਪੈਣਾ, ਕਿਉਂਕਿ ਪੈਸਾ ਤਾਂ ਤੁਹਾਡਾ ਨਾ। ਮੈਂ ਤਾਂ ਇੱਥੇ ਬੈਠ ਕੇ ਟੀਵੀ ਤੇ ਤੁਹਾਡੇ ਨਾਲ ਬੋਲ ਰਿਹਾ, ਗੱਲਾਂ ਕਰ ਰਿਹਾ, 4 ਗੱਲਾਂ ਤੁਹਾਨੂੰ ਸੁਣਾਤੀਆਂ, 4 ਉਹਨਾਂ ਨੂੰ ਸੁਣਾ ਦੂੰਗਾ। ਪੈਸੇ ਤੁਹਾਡੇ ਲੱਗਣੇ ਨੇ, ਬੱਚਾ ਤੁਹਾਡਾ ਜਾਣਾ ਉੱਥੇ, ਬੱਚੇ ਤੁਹਾਡੇ ਦਾ ਫਿਊਚਰ ਹੈ। ਜਿੱਦਣ ਮੈਂ ਕੈਨੇਡਾ ਦਾ ਵੀਜ਼ਾ ਦੇਤਾ, ਮੈਂ ਤੁਹਾਡੇ ਤੋਂ ਕੈਸ਼ ਪੇਮੈਂਟ ਲੈ ਲਈ, ਤੂੰ ਕੌਣ ਤੇ ਮੈਂ ਕੌਣ? ਮੈਂ ਉਹਨਾਂ ਨੂੰ ਕਹਿ ਦੇਣਾ ਹੁਣ ਨਾ ਫੋਨ ਕਰਿਓ ਜੀ ਮੈਨੂੰ। ਲੋੜ ਵੀ ਕੀ ਆ? ਜਿਹੜੀ ਚੀਜ਼ ਦੀ ਇੱਕ ਸਟicker ਦੀ ਕੀਮਤ ਅਸਲ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਕਹਿੰਦੀ ਵੀ ਵੀਜ਼ੇ ਦੀ ਕੋਈ ਕੀਮਤ ਨਹੀਂ ਹੈ। ਵੀਜ਼ਾ ਤਾਂ ਇੱਕ ਜੱਜ ਦੀ ਜੱਜਮੈਂਟ ਆ। ਪੈਸਾ ਕੀਮਤ ਕਿਹਦੀ ਆ? ਪੜ੍ਹਾਈ ਕਰਨ ਦੀ, ਕੋਰਸ ਦੀ ਫੀਸ ਆ, ਜਾਂ GIC ਆ ਜਿਹੜਾ ਤੁਹਾਡਾ ਲਿਵਿੰਗ ਐਕਸਪੈਂਡੀਚਰ ਆ। ਹੁਣ ਅਸੀਂ ਕਹਿੰਦੇ ਵੀਜ਼ਾ ਦਵਾਤਾ ਤੈਨੂੰ 15 ਲੱਖ ਚ, ਜਾ ਹੁਣ ਕੋਰਸ ਲਈ ਵੀ ਤੂੰ ਨਵੇਂ ਥਾਂ ਜਾ ਤੇ ਨਵੇਂ ਪੈਸੇ ਮੰਗਾ ਆਪਦੇ ਡੈਡੀ ਤੋਂ, ਜਾਂ ਫਿਰ ਇੱਥੇ ਤੂੰ ਸਾਲ ਨਹੀਂ ਆਉਣਾ ਕਾਲਜ, ਨਾ ਆਪਦਾ ਕੰਮ ਕੁਮ ਕਰੀ ਚੱਲ, 1 ਸਾਲ ਰੁਕ ਜਾ। ਕੋਈ ਨਹੀਂ, 1 ਸਾਲ ਹੀ ਖਰਾਬ ਹੋਇਆ ਤੇ 14 ਲੱਖ ਖਰਾਬ ਹੋਇਆ। 14 ਲੱਖ ਚ ਕੈਨੇਡਾ ਤਾਂ ਆ ਹੀ ਗਿਆ, ਇੰਡੀਆ ਤਾਂ ਨਹੀਂ ਰਹਿ ਗਿਆ। ਆਖਰੀ ਸਵਾਲ ਹੈ ਮੇਰਾ, ਹੁਣ ਦੇ ਪ੍ਰੈਜ਼ੈਂਟ ਹਾਲਾਤ ਤੇ ਥੋੜਾ ਦੱਸੋ ਕਿ ਸਟੂਡੈਂਟ ਵਾਸਤੇ ਬੜੀ ਸ਼ਸ਼ੋਪੰਜ ਦੀ ਸਥਿਤੀ ਹੈ। ਕਰੋਨਾ, ਪੋਸਟ ਕਰੋਨਾ ਦਾ ਦੌਰ ਹੈ, ਕੈਨੇਡਾ ਫਲਾਈਟਸ ਬੰਦ ਨੇ। ਬਹੁਤ ਸਾਰੇ ਲੋਕ ਕਹਿੰਦੇ ਆ ਕਿ 5 ਬੈਂਡ ਵਾਲੇ ਵੀ ਆ ਜਾਓ। ਪਿੱਛੇ ਜੇ ਇਹ ਗੱਲ ਹੋਈ ਸੀ ਵੀ 6 ਤੋਂ ਥੱਲੇ ਵਾਲੇ ਸਰਕਾਰੀ ਕਾਲਜ ਨਹੀਂ ਮਿਲਦਾ। ਥੋੜੀ ਕਲੈਰਿਟੀ ਦਿਓ, ਸੱਚ ਹੈ ਕੀ? ਮੱਕੜ ਸਾਹਿਬ, ਸੱਚ ਉਹੀ ਆ ਜੋ CIC ਕਹਿੰਦੀ ਆ, ਦੂਜਾ ਸਭ ਝੂਠ ਆ। ਦੇਖੋ, ਰੂਲਸ ਐਂਡ ਰੈਗੂਲੇਸ਼ਨਸ ਗਵਰਨਮੈਂਟ ਨੇ ਬਣਾਉਣੇ ਨੇ। ਰੂਲਸ ਐਂਡ ਰੈਗੂਲੇਸ਼ਨਸ ਨਾ ਮੈਂ ਬਣਾਉਣੇ ਨੇ, ਨਾ ਮੋਗੇ 'ਚ ਬੈਠ ਕੇ ਮੈਂ ਬਣਾਉਣਾ, ਨਾ ਕੋਈ ਚੰਡੀਗੜ੍ਹ 'ਚ ਬੈਠ ਕੇ ਮੇਰੇ ਤੋਂ ਵੱਡੇ ਆਫਿਸ ਵਾਲਾ ਬਣਾਉਂਦਾ। ਇਹ ਕੈਨੇਡੀਅਨ ਗਵਰਨਮੈਂਟ ਬਣਾਉਂਦੀ ਆ। ਗਵਰਨਮੈਂਟ ਦੇ ਰੂਲਸ ਪੜ੍ਹ ਲਓ, ਉਹ ਜੋ ਕਹਿੰਦੇ ਨੇ ਉਹਨੂੰ ਫੋਲੋ ਕਰ ਲਓ। ਜਿਹੜਾ ਉਸ ਤੋਂ ਇੰਚ ਬਾਹਰ ਹੋ ਕੇ ਵੀ ਕੋਈ ਚੀਜ਼ ਵੇਚ ਰਿਹਾ ਉਹ ਗਲਤ ਆ। ਗਵਰਨਮੈਂਟ ਕਹਿੰਦੀ ਆ ਸਾਫ਼ ਸ਼ਬਦਾਂ ਦੇ ਵਿੱਚ SDS ਅੰਡਰ ਅਪਲਾਈ ਕਰਨਾ 6 ਇੰਚ ਬੈਂਡ ਸਕੋਰ ਚਾਹੀਦੇ ਆ। ਇਹੀ ਕਹਿ ਰਹੀ ਹੈ ਜੀ SDS ਦਾ ਰੂਲ ਇਹ ਆ। ਉਹ ਕਹਿੰਦੇ 6 ਇੰਚ ਬੈਂਡ ਸਕੋਰ ਲੈ ਕੇ ਆਓ। +2 ਕੀਤੀ ਹੈ ਜੇ ਤੁਸੀਂ ਗ੍ਰੈਜੂਏਟ ਹੋ ਫਿਰ ਵੀ 6 ਇੰਚ ਲੈ ਕੇ ਆਓ, ਪਰ ਜੇ ਤੁਸੀਂ ਓਵਰਆਲ 6.5 ਇੰਚ ਨੂੰ ਅਸੀਂ ਵਧੀਆ ਕੇਸ ਮੰਨਦੇ ਆ। ਉਹ ਕਹਿੰਦੇ ਜਦੋਂ ਵੈਲੂਏਸ਼ਨ ਪ੍ਰੋਸੈਸ ਤੇ ਆ ਜਾਂਦੇ ਆ, IRCC ਨੇ ਹੁਣ ਵੈਬੀਨਾਰ ਵੀ ਕਰਨੇ ਸ਼ੁਰੂ ਕਰਤੇ ਮੱਕੜ ਸਾਹਿਬ, ਸਾਨੂੰ ਅਵੇਅਰ ਕਰਨ ਨੂੰ। ਇਦੋਂ ਵੱਡਾ ਹੋਰ ਕੁਝ ਨਹੀਂ ਕਰ ਸਕਦੇ। ਵੀਜ਼ਾ ਆਫਿਸਰ ਆਪ ਬੈਠ ਕੇ ਬੋਲ ਕੇ ਦੱਸਦਾ ਵੀ SDS ਦੇ ਵਿੱਚ ਜ਼ਿਆਦੇ ਵੀਜ਼ਾ ਪ੍ਰੋਬੇਬਿਲਿਟੀਜ਼ ਨੇ, ਨਾਨ SDS 'ਚ ਘੱਟ ਨੇ। ਇਹ ਬੋਲ ਕੇ ਦੱਸ ਰਿਹਾ ਉਹ। ਹੁਣ ਉਹ ਕਹਿੰਦੇ ਵੀ 6 ਇੰਚ ਚਾਹੀਦੇ ਨੇ, ਪਰਸੈਂਟੇਜ ਵੀ ਗੁੱਡ ਹੋਣੀ ਚਾਹੀਦੀ ਆ। ਫੀਸ ਬੱਚੇ ਨੇ ਆਪਦੇ ਪੇਰੈਂਟਸ ਦੇ ਅਕਾਊਂਟ 'ਚੋਂ, ਆਪਦੇ ਅਕਾਊਂਟ 'ਚੋਂ ਭੇਜ ਦੇਵੇ। GIC ਬੱਚੇ ਦੇ ਆਪਦੇ ਪਰਸਨਲ ਅਕਾਊਂਟ 'ਚੋਂ ਆਉਣਾ ਚਾਹੀਦਾ। ਫਿਰ ਅਸੀਂ ਵੀਜ਼ੇ ਨੂੰ, ਹੋਰ ਸਾਨੂੰ ਕੁਝ ਚਾਹੀਦਾ ਨਹੀਂ SDS ਅੰਡਰ। ਨਾ ਸਾਨੂੰ ਕੋਈ ਫਾਈਨੈਂਸ਼ੀਅਲ ਡਾਕੂਮੈਂਟ ਚਾਹੀਦੇ ਆ, ਨਾ ਸਾਨੂੰ ਕੋਈ ਫੰਡ ਚਾਹੀਦੇ ਆ ਪੁਰਾਣੇ। ਮੈਡੀਕਲ ਕਰਵਾ ਦਿਓ, ਵੈਸੀ ਫੀਸ ਭਰ ਕੇ ਕਾਗਜ਼ ਲਾ ਕੇ ਸਾਨੂੰ ਭੇਜ ਦਿਓ, ਅਸੀਂ ਕੇਸ ਨੂੰ ਜੱਜ ਕਰਾਂਗੇ। ਤੁਹਾਡੀ ਐਜੂਕੇਸ਼ਨਲ ਬੈਕਗਰਾਊਂਡ ਨੂੰ ਧਿਆਨ 'ਚ ਰੱਖਦੇ ਹੋਏ ਤੇ ਤੁਹਾਡੇ ਫਿਊਚਰਿਸਟਿਕ ਏਜੰਡੇ ਨੂੰ ਧਿਆਨ 'ਚ ਰੱਖਦੇ ਹੋਏ। ਹੁਣ ਉਹ ਤੇ ਵੀਜ਼ਾ ਖੜਾ ਜੀ। ਹੁਣ ਜੇ ਤੁਸੀਂ ਗੱਲ ਇਹਨਾਂ 4 ਚੀਜ਼ਾਂ ਨੂੰ ਛੱਡ ਕੇ, ਕੋਰਸ ਨੂੰ, ਕਾਲਜ ਨੂੰ, ਕਾਲਜ ਦੀ ਫੀਸ ਕਿਵੇਂ ਭਰੀ ਜਾਣੀ ਹੈ ਤੇ GIC ਕਿਵੇਂ ਭਰਿਆ ਜਾਣਾ ਤੇ ਪਰਸੈਂਟੇਜ, ਇਹਨਾਂ ਚੀਜ਼ਾਂ ਨੂੰ ਛੱਡ ਕੇ ਜੇ ਜਿਹੜੀ ਵੀ ਗੱਲ ਕੀਤੀ ਜਾ ਰਹੀ ਆ, ਇਟ ਮੀਨਸ ਉਹ ਤੁਹਾਡੇ ਲਈ ਡਿਸਟਰੈਕਸ਼ਨ ਆ। ਉਹ ਤੁਹਾਨੂੰ ਮੁੱਦੇ ਤੋਂ ਭਟਕਾਉਣ ਦੇ ਲਈ ਵੀ ਤੁਸੀਂ ਕਾਲਜ ਬਾਰੇ ਨਾ ਗੱਲ ਕਰ ਲਓ, ਤੁਹਾਨੂੰ ਕੋਰਸ ਬਾਰੇ ਨਾ ਗੱਲ ਕਰ ਲਓ। ਮੈਨੂੰ ਇੱਕ ਗੱਲ ਦੱਸੋ ਮੱਕੜ ਸਾਹਿਬ, ਜਿਹਦੇ ਪਿਓ ਨੇ 14 ਲੱਖ ਲਾਉਣਾ, ਉਹ ਇਹ ਟਿਕਟ ਨਾ ਖਰੀਦ ਸਕੋ, ਉਹ ਤੋਂ ਮੈਡੀਕਲ ਦੀ ਫੀਸ ਨਾ ਭਰੀ ਜਾਊਗੀ, ਉਹ ਤੋਂ 5000 ਦੀ ਆਫਰ ਲੈਟਰ ਨਾ ਲਈ ਜਾਊ। ਉਹਨੇ ਆਸਾਨ ਕਰਾਉਣਾ ਕਿਸੇ ਤੋਂ, ਉਹਨੇ ਆਪਦੇ ਬੱਚੇ ਦਾ ਫਿਊਚਰ ਬਣਾਉਣਾ। ਉਹ ਤਾਂ ਚੱਲ ਕੇ ਆਇਆ। ਉਹਨੂੰ ਸਹੀ ਰਾਏ ਦਿਓ ਵੀ ਉਹਦਾ ਬੱਚੇ ਦਾ ਫਿਊਚਰ ਕਿਵੇਂ ਬਣੂਗਾ। ਫਿਊਚਰ ਬਣਾਉਣਾ ਜੇ ਤੁਸੀਂ ਚਾਹੁੰਦੇ ਹੋ, ਜੇ ਤੁਸੀਂ ਆਪਦੇ ਆਪ ਨੂੰ ਕਰੀਅਰ ਕਾਉਂਸਲਰ ਕਹਿੰਦੇ ਹੋ, ਕਹਿਣਾ ਚਾਹੁੰਦੇ ਹੋ, ਏਜੰਟਾਂ ਦੀ ਕੈਟਾਗਰੀ ਚੋਂ ਬਾਹਰ ਆਉਣਾ ਚਾਹੁੰਦੇ ਹੋ, ਫਿਰ ਤੁਹਾਨੂੰ ਪੜ੍ਹਨਾ ਪਊਗਾ ਵੀ ਫਿਊਚਰ ਬਣਨਾ ਕਿਵੇਂ ਆ। ਚੰਗਾ ਕੋਰਸ ਚੁਣ ਕੇ ਦੇਣਾ ਪਊਗਾ, ਚੰਗਾ ਪ੍ਰੋਵਿੰਸ ਚੁਣ ਕੇ ਦੇਣਾ ਹੋਊਗਾ। ਉੱਥੋਂ ਹੀ ਉਹਦਾ ਆਉਣ ਵਾਲੇ 2-3 ਸਾਲ ਪਲਾਨ ਕਰਕੇ ਤੋਰਨੇ ਪੈਣਗੇ, ਪ੍ਰੀ ਡਿਪਾਰਚਰ ਦੇਣੇ ਪੈਣਗੇ, ਮਿਹਨਤ ਕਰਨੀ ਪਊਗੀ। ਬਸ ਇੰਨੀ ਹੋਈ ਗੱਲ। ਡੱਲਾ ਸਾਹਿਬ, ਬਹੁਤ ਧੰਨਵਾਦ। ਇਹ तमाम ਜਾਣਕਾਰੀ ਤੁਸੀਂ ਸਾਂਝੀ ਕੀਤੀ ਔਰ ਤੁਹਾਡੀ ਜ਼ਿੰਦਗੀ
ਤੋਂ ਅਸੀਂ ਜਿੰਨੇ ਕੁ ਨੌਜਵਾਨਾਂ ਨੂੰ ਪ੍ਰੇਰਿਤ ਕਰ ਸਕੀਏ, ਬਹੁਤ ਵੱਡੀ ਗੱਲ ਹੈ ਕਿ ਤੁਸੀਂ ਉੱਥੋਂ ਛੱਡ ਕੇ ਇੱਥੇ ਆਏ ਔਰ ਇੱਕ ਸਕਸੈਸਫੁਲ ਬਿਜ਼ਨਸ ਅੱਜ ਰਨ ਕਰ ਰਹੇ ਹੋ। ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ। ਧੰਨਵਾਦ ਮੱਕੜ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ। ਧੰਨਵਾਦ।